वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 133। ਲੇਖਕ ਅਜਮੇਰ ਸਿੰਘ। ਪ੍ਰਚਾਰ ਅਤੇ ਲਾਮਬੰਦੀ। ਸਰਾਭੇ ਦੀ ਬਹੁਪੱਖੀ ਪ੍ਰਤਿਭਾ ਚਮਕੀ। ਸਰਾਭਾ ਅਖਬਾਰੀ ਕਾਮਾ ਬਣਿਆ। ਅਕਤੂਬਰ 1913 ਵਿੱਚ ਸਾਨ ਫਰਾਂਸਿਸਕੋ ਦੀ ਸਟਰੀਟ ਹਿੱਲ ਨਾਮੀ ਗਲੀ ਵਿੱਚ 436 ਨੰਬਰ ਮਕਾਨ ਕਿਰਾਏ ਤੇ ਲੈ ਕੇ ਪਾਰਟੀ ਦਾ ਕੇਂਦਰੀ ਦਫ਼ਤਰ ਬਣਾਇਆ ਗਿਆ ਅਤੇ ਲੱਗਦੇ ਹੱਥ ਹੀ ਉੱਥੋਂ ਅਖਬਾਰ ਛਾਪਣਾ ਸ਼ੁਰੂ ਕਰ ਦਿੱਤਾ। 1 ਨਵੰਬਰ ਨੂੰ ਗਦਰ ਦਾ ਪਲੇਠਾ ਅੰਕ ਉਰਦੂ ਵਿੱਚ ਛਪਿਆ। ਥੋੜ੍ਹੇ ਚਿਰ ਬਾਅਦ 9 ਦਸੰਬਰ ਨੂੰ ਉਰਦੂ ਦੇ ਨਾਲ ਹੀ ਗਦਰ ਗੁਰਮੁਖੀ ਵਿੱਚ ਵੀ ਛਪਣਾ ਆਰੰਭ ਹੋ ਗਿਆ। ਦਫ਼ਤਰ ਅਤੇ ਅਖਬਾਰ ਦਾ ਕੰਮ ਚਲਾਉਣ ਲਈ ਕਾਬਲ ਵਰਕਰਾਂ ਦੀ ਲੋੜ ਸੀ। ਇਸ ਵਾਸਤੇ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਸ ਦੇ ਨਾਲ ਹੀ ਪਾਰਟੀ ਦਾ ਇੱਕ ਹੋਰ ਨਿਸ਼ਕਾਮ ਵਰਕਰ ਰਘਬੀਰ ਦਿਆਲ ਗੁਪਤਾ ਨਾਲ ਆ ਰਲਿਆ। ਸ਼ੁਰੂ ਵਿੱਚ ਇੰਨੇ ਅਮਲੇ ਨਾਲ ਹੀ ਕੰਮ ਤੋਰਿਆ ਗਿਆ। ਸਾਰਿਆਂ ਤੋਂ ਵੱਧ ਕੰਮ ਭਾਈ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ ਤੇ ਸੀ। ਉਹ ਸਾਰੇ ਕੰਮਕਾਰ ਦੀ ਰੀੜ੍ਹ ਦੀ ਹੱਡੀ ਸੀ। ਲਿਖਣ ਦਾ ਜ਼ਿਆਦਾ ਕੰਮ ਲਾਲਾ ਹਰਦਿਆਲ ਕਰਦਾ ਸੀ। ਉਹ ਜ਼ਿਆਦਾਤਰ ਉਰਦੂ ਵਿੱਚ ਲਿਖਦਾ ਸੀ। ਉਰਦੂ ਦੀ ਛਪਾਈ ਸਿੱਧੀ ਹੱਥ ਲਿਖਤ ਤੋਂ ਹੀ ਕੀਤੀ ਜਾਂਦੀ ਸੀ, ਜਿਸ ਦੇ ਵਾਸਤੇ ਸੁੰਦਰ ਅਤੇ ਸਾਫ਼ ਸੁਥਰੀ ਲਿਖਾਈ ਦੀ ਲੋੜ ਸੀ। ਭਾਈ ਕਰਤਾਰ ਸਿੰਘ ਸਰਾਭਾ ਹਰ ਕੰਮ ਵਿੱਚ ਸਚਿਆਰਾ ਹੋਣ ਕਰਕੇ ਉਸ ਦੀ ਲਿਖਾਈ ਖੁਸ਼ਖਤੀ, ਸੁੰਦਰ ਅਤੇ ਸੁਥਰੀ ਸੀ। ਇਸ ਕਰਕੇ ਲਾਲਾ ਹਰਦਿਆਲ ਦੀ ਸਮੁੱਚੀ ਲਿਖਤ ਦੀ ਉਰਦੂ ਵਿੱਚ ਕਿਤਾਬਤ ਕਰਤਾਰ ਸਿੰਘ ਹੀ ਕਰਦਾ ਸੀ। ਇਸ ਦੇ ਨਾਲ ਹੀ ਗੁਰਮੁਖੀ ਦੇ ਅਖਬਾਰ ਲਈ ਇਸ ਦਾ ਪੰਜਾਬੀ ਵਿੱਚ ਉਲੱਥਾ ਵੀ ਉਹੀ ਕਰਦਾ ਸੀ। ਉਰਦੂ ਤੋਂ ਪੰਜਾਬੀ ਵਿੱਚ ਉਲੱਥਾ ਕਰਨ ਵੇਲੇ ਸਰਾਭਾ ਕਈ ਵਾਰ ਲਿਖਤ ਵਿੱਚ ਹੋਰ ਮੁਤਾਬਕ ਵਾਧੇ ਅਤੇ ਅਦਲਾ ਬਦਲੀ ਵੀ ਕਰਦਾ ਸੀ। ਬਹੁਤ ਵਾਰ ਭਖੇ ਹੋਏ ਰਾਜਸੀ ਜਾਂ ਸਮਾਜੀ ਮਸਲਿਆਂ ਬਾਰੇ ਪੰਜਾਬੀ ਦੇ ਪਾਠਕਾਂ ਲਈ ਉਚੇਚੇ ਤੌਰ ਤੇ ਲੇਖ ਅਤੇ ਰਾਜਸੀ ਟਿੱਪਣੀਆਂ ਛਾਪੀਆਂ ਜਾਂਦੀਆਂ ਸਨ, ਜਿਹੜੀਆਂ ਜਾਂ ਤਾਂ ਭਾਈ ਕਰਤਾਰ ਸਿੰਘ ਸਰਾਭਾ ਆਪ ਲਿਖਦਾ ਸੀ ਅਤੇ ਜਾਂ ਹੋਰਨਾਂ ਕੋਲ ਲਿਖਾਇਆ ਕਰਦਾ ਸੀ। ਇਸ ਤਰ੍ਹਾਂ ਸਰਾਭਾ ਕੇਵਲ ਤਕਨੀਕੀ ਕੰਮ ਕਰਨ ਵਾਲਾ ਅਖਬਾਰੀ ਕਾਮਾ ਨਹੀਂ ਸੀ। ਉਹ ਇੱਕੋ ਵੇਲੇ ਵਰਕਰ, ਲੇਖਕ, ਪੱਤਰਕਾਰ ਅਤੇ ਸੰਪਾਦਕ ਬਹੁਤ ਕੁਛ ਸੀ। ਉਸ ਦੀ ਪ੍ਰਤਿਭਾ ਇਕਹਿਰੀ ਨਹੀਂ, ਬਹੁ ਪਸਾਰੀ ਸੀ। ਸ਼ੁਰੂ ਵਿੱਚ ਛਾਪੇ ਵਾਲੀ ਮਸ਼ੀਨ ਹੱਥ ਨਾਲ ਗੇੜਨੀ ਪੈਂਦੀ ਸੀ। ਇਹ ਕੰਮ ਭਾਈ ਕਰਤਾਰ ਸਿੰਘ ਸਰਾਭਾ ਅਤੇ ਰਘਬੀਰ ਦਿਆਲ ਗੁਪਤਾ ਨੂੰ ਹੀ ਕਰਨਾ ਪੈਂਦਾ ਸੀ। ਕਦੇ-ਕਦੇ ਲਾਲਾ ਹਰਦਿਆਲ ਵੀ ਉਹਨਾਂ ਦਾ ਹੱਥ ਵਟਾਉਂਦਾ ਸੀ। ਇਸ ਤੋਂ ਬਾਅਦ ਅਖਬਾਰਾਂ ਦੇ ਫੋਲਡਰ ਤਿਆਰ ਕੀਤੇ ਜਾਂਦੇ ਸਨ ਅਤੇ ਉਹਨਾਂ ਨੂੰ ਡਾਕ ਰਾਹੀਂ ਵੱਖ-ਵੱਖ ਥਾਵਾਂ ਤੇ ਭੇਜਿਆ ਜਾਂਦਾ ਸੀ। ਫੋਲਡਰਾਂ ਉੱਤੇ ਡਾਕ ਅਤੇ ਪਤੇ ਦਾ ਕੰਮ ਵੀ ਸਰਾਭਾ ਹੀ ਕਰਦਾ ਸੀ। ਉਸ ਦੇ ਨਾਲ ਹੀ ਇਹ ਤਿੰਨੋਂ ਜਣੇ ਆਪਣਾ ਖਾਣਾ ਵੀ ਆਪ ਹੀ ਬਣਾਉਂਦੇ ਸਨ। ਇਸ ਕਰਕੇ ਇੰਨੇ ਥੋੜ੍ਹੇ ਸਟਾਫ ਨਾਲ ਕੰਮ ਚਲਾਉਣਾ ਬੇਹੱਦ ਔਖਾ ਹੋ ਗਿਆ ਸੀ, ਜਿਸ ਕਰਕੇ 23 ਦਸੰਬਰ ਦੇ ਅਖਬਾਰ ਵਿੱਚ ਇਹ ਅਪੀਲ ਕੀਤੀ ਗਈ ਕਿ ਦਫ਼ਤਰ ਅਤੇ ਅਖਬਾਰ ਦਾ ਕੰਮ ਚਲਾਉਣ ਲਈ ਹੋਰ ਸੇਵਕਾਂ ਦੀ ਲੋੜ ਹੈ। ਇਸ ਅਪੀਲ ਦਾ ਹੁੰਗਾਰਾ ਭਰਦਿਆਂ ਭਾਈ ਅਮਰ ਸਿੰਘ ਨਵਾਂਸ਼ਹਿਰ ਨੇ ਆਪਣੀਆਂ ਸੇਵਾਵਾਂ ਅਰਪਣ ਕਰ ਦਿੱਤੀਆਂ। ਇਸੇ ਦੌਰਾਨ ਪਾਰਟੀ ਨੇ ਲਾਲਾ ਹਰਦਿਆਲ ਦੀ ਨਿੱਜੀ ਸੁਰੱਖਿਆ ਲਈ ਬ੍ਰਿਡਲਵੀਲ ਤੋਂ ਭਾਈ ਹਰਨਾਮ ਸਿੰਘ ਨੂੰ ਸਾਨ ਫਰਾਂਸਿਸਕੋ ਭੇਜ ਦਿੱਤਾ, ਪਰ ਲਾਲੇ ਦੀ ਸੁਰੱਖਿਆ ਦੇ ਨਾਲ ਹੀ ਉਹ ਅਖਬਾਰ ਦੇ ਕੰਮ ਵਿੱਚ ਵੀ ਹੱਥ ਵਟਾਉਣ ਲੱਗ ਪਿਆ ਸੀ। ਇਸ ਤਰ੍ਹਾਂ ਵਰਕਰਾਂ ਦੀ ਸੰਖਿਆ ਲਗਾਤਾਰ ਵੱਧਦੀ ਗਈ। ਇਸ ਦੇ ਨਾਲ ਹੀ ਅਖਬਾਰ ਦੀ ਮੰਗ ਵੀ ਤੇਜ਼ੀ ਨਾਲ ਵੱਧਦੀ ਚਲੀ ਗਈ, ਜਿਸ ਕਰਕੇ ਛਾਪੇ ਦੀ ਬਿਜਲੀ ਨਾਲ ਚੱਲਣ ਵਾਲੀ ਲਿਥੋ ਮਸ਼ੀਨ ਖਰੀਦੀ ਗਈ ਅਤੇ ਉਸ ਦੇ ਵਾਸਤੇ ਇੱਕ ਵੱਖਰਾ ਮਕਾਨ ਕਿਰਾਏ ਤੇ ਲਿਆ ਗਿਆ। ਸਰਾਭੇ ਉੱਤੇ ਕੰਮ ਦਾ ਬੋਝ ਘਟਾਉਣ ਲਈ ਉਰਦੂ ਦੀ ਕਿਤਾਬਤ ਲਈ ਅਮਰ ਸਿੰਘ ਨੂੰ ਅਜ਼ਮਾਇਆ ਗਿਆ, ਪਰ ਉਸ ਦੀ ਲਿਖਾਈ ਸਰਾਭੇ ਜਿੰਨੀ ਸੁੰਦਰ ਨਹੀਂ ਸੀ। ਉਸ ਨੂੰ ਹੋਰ ਸੁਧਾਰ ਕਰਨ ਲਈ ਕਿਹਾ ਗਿਆ। 20 ਜਨਵਰੀ 1914 ਦੇ ਅੰਕ ਦਾ ਕਾਬਤ ਅਮਰ ਸਿੰਘ ਸੀ, ਪਰ 4-5 ਅੰਕਾਂ ਤੋਂ ਬਾਅਦ ਵੀ ਜਦ ਉਸ ਦੀ ਲਿਖਾਈ ਵਿੱਚ ਬਹੁਤਾ ਸੁਧਾਰ ਨਾ ਹੋਇਆ ਤਾਂ 24 ਜਨਵਰੀ ਤੋਂ ਇਹ ਕੰਮ ਫਿਰ ਸਰਾਭੇ ਨੇ ਸੰਭਾਲ ਲਿਆ। ਇਸੇ ਦੌਰਾਨ 2 ਹੋਰ ਵਰਕਰ, ਭਾਈ ਬਸੰਤ ਸਿੰਘ ਲੁਧਿਆਣਾ ਅਤੇ ਭਾਈ ਕਰਤਾਰ ਸਿੰਘ ਲਤਾਲਾ, ਜਿਸ ਨੂੰ ਦੁੱਕੀ ਵੀ ਕਿਹਾ ਜਾਂਦਾ ਸੀ, ਵੀ ਸਟਾਫ ਵਿੱਚ ਸ਼ਾਮਿਲ ਹੋ ਗਏ।
ਲਾਲਾ ਹਰਦਿਆਲ ਵਿਦਵਾਨ ਹੋਣ ਦੇ ਨਾਲੋਂ ਨਾਲ ਲਿਖਾਰੀ ਅਤੇ ਵਕਤਾ ਵੀ ਅਵਲ ਦਰਜੇ ਦਾ ਸੀ। ਉਹ ਅਲੰਕਾਰ ਭਾਸ਼ਾ ਵਰਤਣ ਵਿੱਚ ਮੁਹਾਰਤ ਰੱਖਦਾ ਸੀ। ਉਸ ਕੋਲ ਠੁਕਦਾਰ ਸ਼ਬਦਾਂ ਦਾ ਅਥਾਹ ਭੰਡਾਰ ਸੀ। ਇਸ ਕਰਕੇ ਉਸ ਦੀਆਂ ਲਿਖਤਾਂ ਪਾਠਕਾਂ ਉੱਤੇ ਕੀਲਵਾਂ ਅਸਰ ਪਾਉਂਦੀਆਂ ਸਨ। ਜਦੋਂ ਉਹ ਆਪ ਉਤਸ਼ਾਹ ਵਿੱਚ ਹੁੰਦਾ ਸੀ ਤਾਂ ਉਸ ਅੰਦਰ ਦੂਜਿਆਂ ਨੂੰ ਜੋਸ਼ ਵਿੱਚ ਲਿਆਉਣ ਦੀ ਲੋੜੇ ਦੀ ਸਮਰੱਥਾ ਪੈਦਾ ਹੋ ਜਾਂਦੀ ਸੀ। ਇਹ ਸੱਚਾਈ ਲਹਿਰ ਦੇ ਆਗੂਆਂ, ਵਰਕਰਾਂ ਅਤੇ ਹਮਦਰਦਾਂ ਤੋਂ ਲੈ ਕੇ ਇਸ ਦੇ ਦੁਸ਼ਮਣਾਂ ਨੇ ਵੀ ਪ੍ਰਵਾਨ ਕੀਤੀ ਹੈ ਕਿ ਗਦਰ ਅਖਬਾਰ ਨੇ ਦਿਨਾਂ ਅੰਦਰ ਹੀ ਲੋਕਾਂ ਦੇ ਦਿਲਾਂ ਅੰਦਰ ਵਿਸ਼ੇਸ਼ ਥਾਂ ਬਣਾ ਲਈ ਸੀ। ਇਸ ਅੰਦਰ ਲੇਖਾਂ, ਅਖਬਾਰਾਂ ਅਤੇ ਰਿਪੋਰਟਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੋਸ਼ ਉਪਜਾਊ ਕਵਿਤਾਵਾਂ ਛਪਦੀਆਂ ਸਨ, ਜਿਨ੍ਹਾਂ ਦਾ ਪਾਠਕਾਂ ਦੇ ਮਨਾਂ ਉੱਤੇ ਅਸਰ ਲੇਖਾਂ ਨਾਲੋਂ ਵੀ ਵੱਧ ਪੈਂਦਾ ਸੀ। ਇਹ ਕਵਿਤਾਵਾਂ ਅਕਸਰ ਹੀ ਸੰਗਤ ਰੂਪੀ ਖਾਸ ਕਰਕੇ ਗੁਰਦੁਆਰਿਆਂ ਵਿੱਚ ਪੜ੍ਹ ਕੇ ਸੁਣਾਈਆਂ ਅਤੇ ਗਾਈਆਂ ਜਾਂਦੀਆਂ ਸਨ। ਇਹਨਾਂ ਕਵਿਤਾਵਾਂ ਦੇ ਗਦਰ ਦੀ ਗੂੰਜ ਦੇ ਸਿਰਲੇਖ ਹੇਠ ਵੱਖਰੇ ਸੰਗ੍ਰਹਿ ਵੀ ਛਾਪੇ ਗਏ, ਜਿਹੜੇ ਗਦਰ ਅਖਬਾਰ ਨਾਲੋਂ ਵੀ ਵੱਧ ਮਕਬੂਲ ਹੋਏ। ਗਦਰ ਦੇ ਪਹਿਲੇ ਅੰਕ ਵਿੱਚ ਇਸ ਦੀ ਲੋੜ, ਅਹਿਮੀਅਤ, ਰੋਲ ਅਤੇ ਮਨੋਰਥ ਦੀ ਵਿਆਖਿਆ ਇਹਨਾਂ ਸਾਦੇ ਅਤੇ ਭਾਵਮਈ ਸ਼ਬਦਾਂ ਵਿੱਚ ਕੀਤੀ ਗਈ ਸੀ। ਹੁਣ ਲੜਾਈ ਤੁਰੀ ਰਹਿਣ ਦੀ ਖਾਤਰ ਅਖਬਾਰ ਚਲਾਉਣਾ ਜ਼ਰੂਰੀ ਹੈ। ਇੱਥੇ ਕਿਤਾਬਾਂ ਛਾਪੀਆਂ ਜਾਣ ਤੇ ਦੇਸ਼ ਵੀ ਭੇਜੀਆਂ ਜਾਣ ਅਤੇ ਜੰਗੀ ਕੰਮ ਸਿੱਖੇ ਜਾਣ। ਦੂਜੀਆਂ ਕੌਮਾਂ ਦੀ ਮਦਦ ਮੰਗੀ ਜਾਵੇ। ਇਸ ਕੰਮ ਦੀ ਖਾਤਰ ਇੱਕ ਸਭਾ ਬਣਾਈ ਗਈ ਹੈ, ਜਿਸ ਦਾ ਨਾਮ ਪੈਸੀਫਿਕ ਕੋਸਟ ਹਿੰਦੀ ਸਭਾ ਰੱਖਿਆ ਗਿਆ ਹੈ। ਪੋਰਟਲੈਂਡ, ਅਸਟੋਰੀਆ, ਸੇਂਟ ਜੌਨ, ਸੈਕਰਾਮੈਂਟੋ ਅਤੇ ਵਰੇਡਲਵੀਲ ਵਿੱਚ ਇਸ ਦੇ ਜਥੇ ਹਨ। ਦੇਸ਼ ਭਗਤਾਂ ਨੇ ਰੁਪਿਆ ਦਿੱਤਾ ਹੈ। ਸਾਨ ਫਰਾਂਸਿਸਕੋ ਵਿੱਚ ਯੁਗਾਂਤਰ ਆਸ਼ਰਮ ਬਣਾਇਆ ਹੈ। ਇਸ ਆਸ਼ਰਮ ਵਿੱਚ ਅਖਬਾਰ ਛਪਦਾ ਹੈ, ਕਿਤਾਬਾਂ ਵੀ ਛਪਣਗੀਆਂ। ਜਵਾਨ ਪ੍ਰਚਾਰਕ ਤਿਆਰ ਕੀਤੇ ਜਾਂਦੇ ਹਨ ਅਤੇ ਗਦਰ ਦੀ ਤਿਆਰੀ ਦਾ ਕੰਮ ਆਰੰਭ ਦਿੱਤਾ ਹੈ। ਇਹ ਜਿਹੇ ਆਸ਼ਰਮ ਫਰਾਂਸ, ਜਰਮਨੀ ਅਤੇ ਹੋਰ ਮੁਲਕਾਂ ਵਿੱਚ ਬਣਾਏ ਜਾਣਗੇ। ਫਿਰ ਕਿਸੇ ਤਰ੍ਹਾਂ ਦਾ ਡਰ ਨਹੀਂ। ਇਹ ਆਸ਼ਰਮ ਨਹੀਂ ਹੈ, ਕਿਲ੍ਹਾ ਹੈ, ਜਿਸ ਤੋਂ ਅੰਗਰੇਜ਼ੀ ਰਾਜ ਪਰ ਗੋਲੀਬਾਰੀ ਸ਼ੁਰੂ ਕੀਤੀ ਗਈ। ਇਹ ਅਖਬਾਰ ਨਹੀਂ, ਤੋਪ ਹੈ, ਜਿਸ ਤੋਂ ਕੋਈ ਜ਼ਾਲਮ ਬਚ ਕੇ ਨਹੀਂ ਜਾਵੇਗਾ। ਇਹ ਅਖਬਾਰ ਸਿਆਹੀ ਨਾਲ ਛਪਦੇ ਹੈ, ਪਰ ਜਿਗਰ ਦੇ ਖੂਨ ਨਾਲ ਲਿਖਿਆ ਜਾਂਦਾ ਹੈ। ਇਸ ਵਿੱਚ ਮਾਮੂਲੀ ਲਿਖਤ ਨਹੀਂ, ਇਹ ਸੰਤਾਂ ਅਤੇ ਸੂਰਬੀਰਾਂ ਦੀ ਬਾਣੀ ਹੈ, ਜਿਹੜੀ ਭਾਈਆਂ ਨੂੰ ਜਗਾਊਗੀ। ਇਹ ਪ੍ਰੇਮੀ ਸੁਨੇਹਾ ਹਜ਼ਾਰਾਂ ਮੀਲ ਸਮੁੰਦਰ ਪਾਰ ਜਾ ਕੇ ਦਿਲਾਂ 'ਤੇ ਅਸਰ ਕਰੇਗਾ। ਇਹ ਸ਼ਬਦ ਚਿੜੀਆਂ ਨੂੰ ਬਾਜ਼ ਬਣਾਊਗਾ ਅਤੇ ਲੋਭ, ਮੋਹ, ਹੰਕਾਰ, ਮੂਰਖਤਾ ਅਤੇ ਡਰ ਨੂੰ ਦੂਰ ਕਰਕੇ ਦੇਸ਼ ਨੂੰ ਗਦਰ ਦੀ ਖਾਤਰ ਤਿਆਰ ਕਰੂਗਾ, ਜਿਹੜਾ ਮਹਾਯੁੱਧ ਹੋਵੇਗਾ। ਇਸ ਅਖਬਾਰ ਦਾ ਕੰਮ ਪ੍ਰੇਮ ਨਾਲ ਹੁੰਦਾ ਹੈ। ਲਿਖਣਾ, ਛਾਪਣਾ, ਭੇਜਣ ਸਭ ਕੰਮ ਪ੍ਰੇਮੀ ਲੋਕ ਕਰਦੇ ਹਨ। ਕਿਸੇ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਸੰਜਮ ਦੇ ਨਾਲ ਕੰਮ ਚੱਲ ਸਕਦਾ ਹੈ। ਆਪਣਾ ਛਾਪਾ ਖਰੀਦ ਲਿਆ ਹੈ। ਹਿੰਦੁਸਤਾਨ ਵਿੱਚ ਕਈ ਲੱਖ ਉਰਦੂ ਅਤੇ ਗੁਰਮੁਖੀ ਪੜ੍ਹਨ ਵਾਲੇ ਹਨ। ਥੋੜ੍ਹੇ ਅਖਬਾਰਾਂ ਨਾਲ ਕੁਝ ਨਹੀਂ ਬਣ ਸਕਦਾ। ਸਾਨੂੰ ਲੱਖਾਂ ਅਖਬਾਰ ਦੇਸ਼ ਭੇਜਣੇ ਚਾਹੀਦੇ ਹਨ। ਜੇ ਥੋੜ੍ਹਾ ਚਿਰ ਅਖਬਾਰ ਚੱਲ ਕੇ ਬੰਦ ਹੋ ਗਿਆ ਤਾਂ ਅੰਗਰੇਜ਼ ਖੁਸ਼ੀ ਮਨਾਉਣਗੇ। ਸਾਨੂੰ ਅਖਬਾਰ ਦੀ ਹਰ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ। ਆਓ ਪਿਆਰਿਓ, ਵੇਲਾ ਬੀਤਦਾ ਜਾਂਦਾ ਹੈ। ਦੇਸ਼ ਵਿੱਚ ਜ਼ੁਲਮ ਦੀ ਹੱਦ ਹੋ ਗਈ ਹੈ। ਸਾਰੀ ਦੁਨੀਆ ਤੁਹਾਡਾ ਮੂੰਹ ਦੇਖ ਰਹੀ ਹੈ ਕਿ ਕਦ ਇਹ ਸ਼ੇਰ ਉੱਠਣ ਅਤੇ ਕਦ ਅੰਗਰੇਜ਼ਾਂ ਦਾ ਸਤਿਆਨਾਸ਼ ਕਰਨ। ਤਨ, ਮਨ, ਧਨ ਸੇ ਵਤਨ ਦੀ ਸੇਵਾ ਕਰੋ। ਸਾਰਿਆਂ ਨੂੰ ਗਦਰ ਦੀ ਖਾਤਰ ਤਿਆਰ ਕਰ ਲਵੋ। ਕਿਸੇ ਦਿਨ ਕਲਮ ਦੇ ਥਾਂ ਬੰਦੂਕ ਅਤੇ ਸਿਆਹੀ ਦੀ ਥਾਂ ਲਹੂ ਨਾਲ ਕੰਮ ਹੋਵੇਗਾ। ਇਸ ਗਦਰ ਦੀ ਖਾਤਰ ਪ੍ਰਾਰਥਨਾ ਕਰੋ। ਗੱਲ ਕਰੋ ਤਾਂ ਗਦਰ ਦੀ, ਸੁਪਨਾ ਦੇਖੋ ਤਾਂ ਗਦਰ ਦਾ, ਧਨ ਕਮਾਓ ਤਾਂ ਗਦਰ ਦੀ ਖਾਤਰ, ਅੰਨ ਖਾਓ ਤਾਂ ਗਦਰ ਦੀ ਖਾਤਰ। ਬਸ ਗਦਰ ਦੇ ਸਿਪਾਹੀ ਬਣ ਜਾਓ। ਅਖਬਾਰ ਉੱਤੇ ਸੰਪਾਦਕ ਦਾ ਨਾਂ ਨਹੀਂ ਸੀ ਦਿੱਤਾ ਜਾਂਦਾ। ਲੇਖਕਾਂ ਦੇ ਨਾਂ ਵੀ ਨਹੀਂ ਸੀ ਹੁੰਦੇ। ਜ਼ਿਆਦਾਤਰ ਤਖੱਲਸ ਜਾਂ ਸੰਕੇਤਕ ਨਾਂ ਹੀ ਵਰਤੇ ਜਾਂਦੇ ਸਨ, ਜਿਵੇਂ ਦੁਖੀਆ, ਪ੍ਰੀਤਮ, ਫਕੀਰ, ਪੰਜਾਬੀ ਸਿੰਘ, ਸੇਵਕ, ਬਾਗੀ, ਜਾਚਕ, ਆਜ਼ਾਦ, ਨਿਧੜਕ ਆਦਿ ਆਦਿ। ਇਸ ਤੋਂ ਗਦਰ ਪਾਰਟੀ ਦੇ ਬਾਨੀਆਂ ਦਾ ਜਥੇਬੰਦੀ ਅਤੇ ਲਹਿਰ ਬਾਰੇ ਰਵਾਇਤ ਨਾਲੋਂ ਵੱਖਰਾ ਨਜ਼ਰੀਆ ਅਤੇ ਉਹਨਾਂ ਦਾ ਵਿਲੱਖਣ ਆਤਮ ਗੁਣ ਪ੍ਰਗਟ ਹੁੰਦਾ ਹੈ।
ਕਿ ਉਹਨਾਂ ਅੰਦਰ ਨਿੱਜ ਪ੍ਰਸਤੀ ਦੀ ਥਾਂ ਸਮੂਹਿਕ ਸਪਿਰਿਟ ਕਿੰਨੀ ਪ੍ਰਬਲ ਸੀ ਅਤੇ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਜਗ੍ਹਾ ਸਮੂਹਿਕ ਲੀਡਰਸ਼ਿਪ ਉਸਾਰਨ ਅਤੇ ਉਭਾਰਨ ਬਾਰੇ ਕਿੰਨੀ ਸੁਚੇਤ ਅਤੇ ਦ੍ਰਿੜਚਿਤ ਸਨ। ਉਹ ਪਾਠਕਾਂ ਨੂੰ ਵਿਅਕਤੀਆਂ ਦੀ ਬਜਾਏ ਵਿਚਾਰਾਂ ਨਾਲ ਜੋੜਨ ਦੀ ਸਮਝ ਰੱਖਦੇ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਗਦਰ ਅਖਬਾਰ ਅਤੇ ਇਸ ਦੇ ਕੰਮ ਕਰਨ ਵਾਲੇ ਵਰਕਰਾਂ ਦੀ ਵਡਿਆਈ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ। ਗਦਰ ਅਖਬਾਰ ਇੱਕ ਜਾਦੂ ਸੀ। ਇਸ ਅਖਬਾਰ ਨੇ ਲੋਕਾਂ ਪਰ ਜਾਦੂ ਦਾ ਅਸਰ ਕੀਤਾ, ਕਿਉਂ ਜੋ ਇਸ ਵੇਰ ਸਾਫ਼ ਅਤੇ ਸਿੱਧੇ ਸ਼ਬਦਾਂ ਵਿੱਚ ਅੰਗਰੇਜ਼ੀ ਗੌਰਮੈਂਟ ਦੀ ਗੁਲਾਮੀ ਵਿਰੁੱਧ ਜੰਗ ਛੇੜੀ ਗਈ ਸੀ। ਜੰਗ ਵੀ ਉਹ ਜਿਸ ਨੂੰ ਸ਼ੁਰੂ ਕਰਨ ਦੇ ਅਮਰੀਕਨ ਅਤੇ ਕੈਨੇਡੀਅਨ ਹਿੰਦੀ ਚਾਹਵਾਨ ਸਨ। ਕੋਈ ਕੰਮ ਕਰਨ ਵਾਲਾ ਦੇਸ਼ ਭਗਤ ਤਨਖਾਹ ਨਹੀਂ ਲੈਂਦਾ ਸੀ। ਸਾਰੇ ਆਪਣਾ ਧਰਮ ਸਮਝ ਕੇ ਮੁਫਤ ਕੰਮ ਕਰਦੇ ਸਨ। ਰਾਮਚੰਦਰ ਨੂੰ ਛੱਡ ਕੇ ਬਾਕੀ ਜਿੰਨੇ ਵੀ ਦੇਸ਼ ਭਗਤ ਦਫ਼ਤਰ ਅਤੇ ਪ੍ਰੈਸ ਵਿੱਚ ਕੰਮ ਕਰਦੇ ਸਨ, ਉਹ ਸਾਰੇ ਹੀ ਸੱਚੇ ਅਰਥਾਂ ਵਿੱਚ ਤਿਆਗ ਦੀਆਂ ਮੂਰਤਾਂ ਸਨ। ਆਲੂ ਅਤੇ ਗੰਢੇ ਆਮ ਤੌਰ 'ਤੇ ਭਾਈ ਜਵਾਲਾ ਸਿੰਘ ਅਤੇ ਬਾਬਾ ਵਿਸਾਖਾ ਸਿੰਘ ਹੋਰਾਂ ਦੇ ਫਾਰਮ ਤੋਂ ਆ ਜਾਂਦੇ ਸਨ। ਸਿਰਫ ਡਬਲ ਰੋਟੀ ਬਜ਼ਾਰੋਂ ਖਰੀਦਣੀ ਪੈਂਦੀ ਸੀ। ਜਦ ਤੱਕ ਉਹਨਾਂ ਕੋਲ ਆਪਣਾ ਹੱਥੀਂ ਕਮਾਇਆ ਹੋਇਆ ਪੈਸਾ ਰਿਹਾ, ਉਨਾ ਚਿਰ ਉਹ ਆਪਣਾ ਪੈਸਾ ਖਰਚ ਕੇ ਦਫ਼ਤਰ ਅਤੇ ਅਖਬਾਰ ਦਾ ਕੰਮ ਕਰਦੇ ਰਹੇ। ਪਾਰਟੀ ਦੇ ਫੰਡ ਵਿੱਚੋਂ ਕਿਸੇ ਨੇ ਧੇਲਾ ਵੀ ਨਹੀਂ ਸੀ ਖਰਚਿਆ। ਜਦੋਂ ਉਹਨਾਂ ਦੇ ਸਾਰੇ ਪੈਸੇ ਖਰਚ ਹੋ ਗਏ ਤਾਂ ਉਹਨਾਂ ਨੇ ਕੁਝ ਸਮੇਂ ਲਈ ਬਾਹਰ ਜਾ ਕੇ ਪੈਸੇ ਕਮਾਉਣ ਵਾਸਤੇ ਛੁੱਟੀ ਮੰਗੀ, ਪਰ ਪਾਰਟੀ ਨੇ ਕਿਸੇ ਵੀ ਦੇਸ਼ ਭਗਤ ਨੂੰ ਪੈਸੇ ਕਮਾਉਣ ਲਈ ਪਾਰਟੀ ਦਾ ਕੰਮ ਛੱਡ ਕੇ ਜਾਣ ਦੀ ਆਗਿਆ ਨਾ ਦਿੱਤੀ। ਉਹਨਾਂ ਸਾਰਿਆਂ ਨੇ ਪਾਰਟੀ ਦਾ ਇਹ ਹੁਕਮ ਸਿਰ ਮੱਥੇ ਕਬੂਲ ਕਰ ਲਿਆ ਅਤੇ ਰੁੱਖੀ ਮਿੱਸੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ। ਆਪਣਾ ਨਿੱਜ ਦਾ ਕੰਮ ਕਰਦੇ ਹੋਏ ਜੋ ਦੇਸ਼ ਭਗਤ ਮਾਸ, ਆਂਡਾ ਅਤੇ ਮੱਖਣ ਤੋਂ ਬਿਨਾਂ ਇੱਕ ਦਿਨ ਨਹੀਂ ਸੀ ਰਹਿ ਸਕਦੇ, ਹੁਣ ਉਹ ਸੁੱਕੀ ਰੋਟੀ ਅਤੇ ਬੇਸੁਆਦਲੇ ਆਲੂ ਹੀ ਬੜੇ ਸ਼ੌਂਕ ਨਾਲ ਖਾਂਦੇ ਸਨ, ਕਿਉਂ ਜੋ ਉਹਨਾਂ ਨੂੰ ਹੁਣ ਆਪਣੇ ਦੇਸ਼ ਦੀ ਗਰੀਬੀ ਅਤੇ ਕੌਮੀ ਲੋੜਾਂ ਦਾ ਪੂਰਾ ਗਿਆਨ ਹੋ ਚੁੱਕਾ ਸੀ। ਕਈ ਵੇਰੀ ਇੱਕ ਪੈਸਾ ਖਰਚਣ ਬਾਰੇ ਵੀ ਅਸੀਂ ਲੋਕ ਕਈ ਘੰਟੇ ਸੋਚਿਆ ਕਰਦੇ ਸੀ ਕਿ ਖਰਚੀਏ ਕਿ ਨਾ। ਪੰਜਾਬੀ ਅਖਬਾਰ ਦੇ ਪਹਿਲੇ ਸਫ਼ੇ ਦੇ ਬਿਲਕੁਲ ਉੱਪਰ ਸਰਵਰਕ ਉੱਤੇ ਗੁਰੂ ਨਾਨਕ ਦੇਵ ਜੀ ਦਾ ਇਹ ਪਵਿੱਤਰ ਵਾਕ ਛਪਿਆ ਹੁੰਦਾ ਸੀ, ਜਿਉਂ ਤੋਂ ਪ੍ਰੇਮ ਮਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਪਹਿਲੇ ਕੁਝ ਅੰਕਾਂ ਵਿੱਚ ਸੰਪਾਦਕ ਦੀ ਅਣਜਾਣਤਾ ਕਰਕੇ ਜਿਉਂ ਤੋਂ ਦੀ ਥਾਂ ਗਲਤੀ ਨਾਲ ਜੇ ਚਿੱਤ ਛਪਦਾ ਰਿਹਾ, ਪਰ ਬਾਅਦ ਵਿੱਚ ਇਸ ਗਲਤੀ ਦੀ ਸੋਧ ਕਰ ਦਿੱਤੀ ਗਈ ਸੀ। ਜਿੰਨਾ ਚਿਰ ਅਖਬਾਰ ਕਰਤਾਰ ਸਿੰਘ ਸਰਾਭਾ ਦੀ ਦੇਖ ਰੇਖ ਹੇਠ ਛਪਦਾ ਰਿਹਾ, ਉਨਾ ਚਿਰ ਇਸ ਦੇ ਸਰਵਰਕ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਪਰ ਬਾਅਦ ਵਿੱਚ ਜਾ ਕੇ ਜਦੋਂ ਸਰਾਭੇ ਨੇ ਅਖਬਾਰ ਦੇ ਕੰਮ ਛੱਡ ਕੇ ਜਥੇਬੰਦੀ ਦੀਆਂ ਹੋਰ ਵਧੇਰੇ ਅਹਿਮ ਜ਼ਿੰਮੇਵਾਰੀਆਂ ਓਟ ਲਈਆਂ ਅਤੇ ਲਾਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਉਪਰੰਤ ਉਸ ਦੀ ਥਾਂ ਨਵੀਂ ਸੰਪਾਦਕੀ ਟੀਮ, ਜਿਸ ਵਿੱਚ ਭਾਈ ਹਰਨਾਮ ਸਿੰਘ, ਕੋਟਲਾ ਨੌਧ ਸਿੰਘ, ਰਾਮਚੰਦਰ ਅਤੇ ਭਾਈ ਭਗਵਾਨ ਸਿੰਘ ਪ੍ਰੀਤਮ ਆਦਿ ਸ਼ਾਮਿਲ ਸਨ, ਨੇ ਅਖਬਾਰ ਦਾ ਕੰਮ ਸੰਭਾਲ ਲਿਆ ਸੀ, ਤਾਂ ਅਖਬਾਰ ਦਾ ਨਾਂ ਹਿੰਦੁਸਤਾਨ ਗਦਰ ਕਰ ਦਿੱਤਾ ਗਿਆ। ਸਰਵਰਕ ਉੱਤੋਂ ਗੁਰਬਾਣੀ ਦੀ ਸਤਰ ਹਟਾ ਦਿੱਤੀ ਗਈ ਅਤੇ ਉੱਪਰ ਦੋਵੇਂ ਪਾਸੇ ਬੰਦੇ ਮਾਤਰਮ ਮੋਟਾ ਕਰਕੇ ਲਿਖਿਆ ਜਾਣ ਲੱਗਾ। ਹੋਰ ਪਿੱਛੋਂ ਜਾ ਕੇ ਜਦੋਂ ਸਾਰੇ ਪ੍ਰਮੁੱਖ ਆਗੂਆਂ ਨੇ ਬਗਾਵਤ ਕਰਨ ਲਈ ਭਾਰਤ, ਬਰਮਾ, ਜਾਪਾਨ ਅਤੇ ਪੂਰਬੀ ਟਾਪੂਆਂ ਨੂੰ ਚਾਲੇ ਪਾ ਦਿੱਤੇ, ਤਾਂ ਰਾਮਚੰਦਰ ਨੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਖਬਾਰ ਦੇ ਸਰਵਰਕ ਉੱਤੇ ਖੁੱਲ੍ਹੇਆਮ ਹਿੰਦੂ ਚਿੰਨ੍ਹਾਂ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਸਿੱਖ ਮਸਲਿਆਂ ਦੀ ਪ੍ਰਧਾਨਤਾ। ਪਰਚੇ ਅੰਦਰ ਭਾਰਤ ਦੇ ਲੋਕਾਂ ਦੀ ਰਾਜਸੀ ਦੁਰਦਸ਼ਾ, ਆਰਥਿਕ ਲੁੱਟ-ਖਸੁੱਟ, ਅੰਗਰੇਜ਼ੀ ਹਕੂਮਤ ਦੇ ਜ਼ੁਲਮ, ਗੁਲਾਮੀ ਦੀ ਜਲਾਲਤ, ਸੱਭਿਆਚਾਰਕ ਚੁਣੌਤੀਆਂ, ਸਮਾਜੀ ਦੁਖੜੇ ਆਦਿ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਬਾਰੇ ਭਾਵਪੂਰਤ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦਾ ਮੰਤਵ ਪਾਠਕਾਂ ਨੂੰ ਰਾਜਸੀ ਤੌਰ 'ਤੇ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਮਨਾਂ ਅੰਦਰ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਰੋਹ ਪੈਦਾ ਕਰਨਾ ਸੀ। ਗੁਲਾਮੀ, ਗਲਬਾ, ਆਰਥਿਕ ਲੁੱਟ-ਖਸੁੱਟ ਅਤੇ ਹਕੂਮਤੀ ਜ਼ੁਲਮਾਂ ਅਤੇ ਅਤਿਆਚਾਰਾਂ ਬਾਰੇ ਕੇਵਲ ਖਿਆਲੀ ਪ੍ਰੋਪੋਗੰਡਾ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੜਨ ਲਈ ਪ੍ਰੇਰਿਤ ਕਰਨ ਵਿੱਚ ਸਹਾਈ ਨਹੀਂ ਹੋ ਸਕਦਾ। ਇਹਨਾਂ ਅਲਾਮਤਾਂ ਵਿਰੁੱਧ ਲੋਕਾਂ ਦੇ ਦਿਲਾਂ ਅੰਦਰ ਰੋਹ ਅਤੇ ਜੋਸ਼ ਉਪਜਾਉਣ ਲਈ ਇਹਨਾਂ ਦੇ ਠੋਸ ਇਜ਼ਹਾਰਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਣਨ ਕਰਨਾ ਜ਼ਰੂਰੀ ਹੁੰਦਾ ਹੈ। ਲੀਡਰਸ਼ਿਪ ਦੀ ਕਾਬਲੀਅਤ ਇਸ ਤੋਂ ਹੀ ਪਰਖੀ ਜਾਂਦੀ ਹੈ। ਇਸ ਤੋਂ ਕਿਸੇ ਲਹਿਰ ਦਾ ਸਮਾਜ
ਵਿਗਿਆਨਕ ਵਿਸ਼ਲੇਸ਼ਣ ਕਰਨਾ, ਭਾਵ ਉਸ ਵਿੱਚ ਸ਼ਾਮਿਲ ਅੱਡ-ਅੱਡ ਸਮਾਜੀ ਅਤੇ ਧਾਰਮਿਕ ਵਰਗਾਂ ਦੇ ਤਤਕਾਲੀ ਸਰੋਕਾਰ, ਰਾਜਸੀ ਸੂਝ-ਬੂਝ, ਵਿਚਾਰਧਾਰਕ ਝੁਕਾਵਾਂ ਅਤੇ ਲਹਿਰ ਅੰਦਰ ਉਹਨਾਂ ਦੀ ਸ਼ਮੂਲੀਅਤ ਦੀ ਨਿਸਬਤ ਦਾ ਅਨੁਮਾਨ ਲਾਉਣਾ ਸੁਖਾਲਾ ਹੋ ਜਾਂਦਾ ਹੈ। ਗਦਰ ਪਾਰਟੀ ਦੀ ਪ੍ਰਚਾਰ ਸਮੱਗਰੀ ਦੀ ਘੋਖਵੀਂ ਛਾਣਬੀਣ ਕਰਨ ਤੋਂ ਇਹ ਤੱਥ ਉਗੜਵੇਂ ਰੂਪ ਵਿੱਚ ਪ੍ਰਗਟ ਹੁੰਦਾ ਹੈ ਕਿ ਹੋਰਨਾਂ ਵਰਗਾਂ ਦੀ ਤੁਲਨਾ ਵਿੱਚ ਸਿੱਖਾਂ ਨਾਲ ਜੁੜੇ ਮਸਲਿਆਂ ਨੂੰ ਸਭ ਤੋਂ ਵੱਧ ਵਿਚਾਰਿਆ ਅਤੇ ਉਭਾਰਿਆ ਗਿਆ। ਬਹੁਤ ਸਾਰੀਆਂ ਲਿਖਤਾਂ ਅਤੇ ਕਵਿਤਾਵਾਂ ਉਚੇਚੇ ਤੌਰ 'ਤੇ ਸਿੱਖਾਂ ਨੂੰ ਮੁਖਾਤਿਬ ਹੋ ਕੇ ਲਿਖੀਆਂ ਗਈਆਂ। ਹਿੰਦੂਆਂ ਜਾਂ ਮੁਸਲਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਣ ਦੀਆਂ ਉਦਾਹਰਨਾਂ ਘੱਟ ਮਿਲਦੀਆਂ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗਦਰ ਪਾਰਟੀ ਦੇ ਪ੍ਰਚਾਰ ਅਤੇ ਸਰਗਰਮੀਆਂ ਦਾ ਦਾਇਰਾ ਬਹੁਤ ਕਰਕੇ ਸਿੱਖ ਭਾਈਚਾਰੇ ਤੱਕ ਹੀ ਸੀਮਿਤ ਰਿਹਾ ਹੈ। ਇਸ ਨੂੰ ਸਭ ਤੋਂ ਵੱਧ ਹੁੰਗਾਰਾ ਸਿੱਖਾਂ ਵੱਲੋਂ ਹੀ ਮਿਲਿਆ ਸੀ। ਇਸ ਕਰਕੇ ਜਿੱਥੇ ਆਪਣੇ ਉਦੇਸ਼ਾਂ ਪੱਖੋਂ ਗਦਰ ਲਹਿਰ ਯਕੀਨਨ ਹੀ ਸਰਵ ਭਾਰਤੀ ਲਹਿਰ ਸੀ, ਭਾਵ ਇਹ ਕਿ ਇਸ ਦਾ ਉਦੇਸ਼ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਆਜ਼ਾਦ ਕਰਾਉਣਾ ਨਹੀਂ ਸੀ, ਬਲਕਿ ਭਾਰਤ ਦੇ ਸਾਰੇ ਸਮਾਜੀ ਅਤੇ ਧਾਰਮਿਕ ਵਰਗਾਂ ਨੂੰ ਬਰਤਾਨਵੀ ਗੁਲਾਮੀ ਦੀ ਜਲਾਲਤ ਤੋਂ ਮੁਕਤ ਕਰਨਾ ਸੀ। ਪਰੰਤੂ ਸ਼ਮੂਲੀਅਤ ਅਤੇ ਸਪਿਰਿਟ ਦੇ ਲਿਹਾਜ਼ ਨਾਲ ਇਹ ਲਹਿਰ ਤੱਤ ਰੂਪ ਵਿੱਚ ਸਿੱਖ ਲਹਿਰ ਹੀ ਸੀ। ਗਦਰ ਪਾਰਟੀ ਦੀਆਂ ਲਿਖਤਾਂ ਵਿੱਚ ਜਿਸ ਕਦਰ ਸਿੱਖਾਂ ਦੇ ਧਾਰਮਿਕ ਅਤੇ ਕੌਮੀ ਜਜ਼ਬਾਤ ਨੂੰ ਟੁੰਬਣ ਅਤੇ ਝੰਜੋੜਨ ਦੇ ਯਤਨ ਕੀਤੇ ਗਏ, ਉਸ ਤੋਂ ਇਸ ਦਾ ਭਾਰੂ ਸਿੱਖ ਖਾਸਾ ਪ੍ਰਤੱਖ ਹੋ ਜਾਂਦਾ ਹੈ। ਗਦਰੀ ਆਗੂਆਂ ਨੂੰ ਬਰਤਾਨਵੀ ਸਾਮਰਾਜੀਆਂ ਦੀ ਸਿੱਖ ਕੌਮ ਨੂੰ ਗੁਲਾਮ ਬਣਾਉਣ ਦੀ ਸਾਰੀ ਰਾਜਸੀ ਕਪਟਬਾਜ਼ੀ ਦੀ ਸਮਝ ਪੈ ਗਈ ਸੀ। ਅੰਗਰੇਜ਼ਾਂ ਨੇ ਪਹਿਲਾਂ ਧੱਕੇ ਅਤੇ ਫਰੇਬ ਨਾਲ ਸਿੱਖਾਂ ਦਾ ਮੁਲਕ ਖੋਹਿਆ ਅਤੇ ਫਿਰ ਇੱਕ ਵਿਸ਼ੇਸ਼ ਸੋਚ ਅਤੇ ਯੋਜਨਾ ਤਹਿਤ ਉਹਨਾਂ ਦੇ ਧਾਰਮਿਕ ਅਤੇ ਵਿਦਿਅਕ ਅਸਥਾਨਾਂ ਉੱਤੇ ਹਕੂਮਤੀ ਕੰਟਰੋਲ ਸਥਾਪਿਤ ਕੀਤਾ ਗਿਆ। ਭਾਵੇਂ ਕਿ ਅੰਗਰੇਜ਼ਾਂ ਨੇ ਭਾਰਤ ਦੇ ਸਾਰੇ ਸਮਾਜੀ ਅਤੇ ਧਾਰਮਿਕ ਵਰਗਾਂ ਨੂੰ ਆਪਣੇ ਅਧੀਨ ਕੀਤਾ ਸੀ, ਪਰੰਤੂ ਸਿੱਖਾਂ ਦੇ ਮਾਮਲੇ ਵਿੱਚ ਉਹਨਾਂ ਨੇ ਕੁਝ ਉਚੇਚੀਆਂ ਬਦਲਾਖੋਰ ਨੀਤੀਆਂ ਅਮਲ ਵਿੱਚ ਲਿਆਂਦੀਆਂ। ਸਿੱਖਾਂ ਨੇ ਖਾਲਸਾ ਰਾਜ ਦੀ ਰੱਖਿਆ ਕਰਨ ਲਈ ਅੰਗਰੇਜ਼ੀ ਫੌਜ ਦੇ ਵਿਰੁੱਧ ਲੜਦਿਆਂ ਅੰਗਰੇਜ਼ਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ। ਅੰਗਰੇਜ਼ਾਂ ਨੂੰ ਭਾਰਤ ਅੰਦਰ ਹੋਰ ਕਿਸੇ ਵਰਗ ਵੱਲੋਂ ਇੰਨਾ ਸਖਤ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ। ਲਹਿੰਦੇ ਪੰਜਾਬ ਦੇ ਇੱਕ ਸੱਚੇ ਪੰਜਾਬੀ ਅਦੀਬ ਦੇ ਸ਼ਬਦਾਂ ਵਿੱਚ, ਪੰਜਾਬੀਆਂ ਨੇ ਉਪ ਮਹਾਦੀਪ ਦੇ ਕਿੰਨੇ ਹੀ ਦੂਜੇ ਸੂਬਿਆਂ ਵਾਂਗ ਅੰਗਰੇਜ਼ਾਂ ਦੇ ਸਾਹਮਣੇ ਚੁੱਪ-ਚਪੀਤੇ ਆਤਮ ਸਮਰਪਣ ਨਹੀਂ ਕੀਤਾ ਸੀ, ਜਾਂ ਬਸ ਇੱਕ-ਦੋ ਲੜਾਈਆਂ ਲੜ ਕੇ ਹਥਿਆਰ ਨਹੀਂ ਸਨ ਸੁੱਟੇ, ਸਗੋਂ ਬਰਤਾਨਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪੰਜਾਬ ਉੱਤੇ ਕਬਜ਼ੇ ਲਈ ਅੰਗਰੇਜ਼ਾਂ ਨੂੰ 10 ਵੱਡੀਆਂ ਮੁੱਦਕੀ, ਫੇਰੂ ਸ਼ਹਿਰ, ਬੱਦੋਵਾਲ, ਅਲੀਵਾਲ, ਸਭਰਾਉਂ, ਮੁਲਤਾਨ, ਰਾਮਨਗਰ, ਚੇਲੀਆਂਵਾਲਾ, ਗੁਜਰਾਤ ਆਦਿ ਅਤੇ 2 ਛੋਟੀਆਂ ਕੁੱਲ 12 ਲੜਾਈਆਂ ਲੜਨੀਆਂ ਪਈਆਂ ਸਨ, ਜਿਨ੍ਹਾਂ ਵਿੱਚ ਉਹਨਾਂ ਦਾ ਚੰਗਾ ਭਲਾ ਨੁਕਸਾਨ ਹੋਇਆ ਸੀ। ਸ਼ਾਤਰ ਦਿਮਾਗ ਅੰਗਰੇਜ਼ ਇਹ ਗੱਲ ਭਾਂਪ ਗਏ ਸਨ ਕਿ ਸਿੱਖਾਂ ਦੀ ਬਹਾਦਰੀ ਦਾ ਅਸਲੀ ਕਾਰਨ ਨਸਲੀ ਵਿਸ਼ੇਸ਼ਤਾ ਨਹੀਂ, ਉਹਨਾਂ ਦੀ ਧਾਰਮਿਕ ਵਿਸ਼ੇਸ਼ਤਾ ਹੈ। ਸਿੱਖ ਕੌਮ ਦਾ ਜਨਮ ਅਤੇ ਵਿਕਾਸ ਨਿਆਰੇ ਢੰਗ ਨਾਲ ਹੋਇਆ ਹੈ। ਉਹਨਾਂ ਦੀ ਕੌਮੀ ਸਪਿਰਿਟ ਧਰਮ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ। ਉਹਨਾਂ ਦੀ ਲਸਾਨੀ ਬਹਾਦਰੀ, ਜੋਸ਼, ਦਮਖਮ, ਅਣਖ ਅਤੇ ਕੁਰਬਾਨੀ ਦਾ ਜਜ਼ਬਾ ਰੂਹਾਨੀਅਤ ਨਾਲ ਜੁੜਿਆ ਹੋਇਆ ਹੈ। ਐਂਗਲੋ ਸਿੱਖ ਜੰਗਾਂ ਦੇ ਦੌਰਾਨ ਸਿੱਖਾਂ ਦੀ ਦੀਦਾ ਦਲੇਰੀ ਅਤੇ ਲੜਨ ਦੇ ਜੋਸ਼ ਨੂੰ ਦੇਖ ਕੇ ਅੰਗਰੇਜ਼ਾਂ ਨੂੰ ਅਹਿਸਾਸ ਹੋ ਗਿਆ ਕਿ ਸਿੱਖ ਜੰਗਾਂ ਦੇ ਪਿਛੋਕੜ ਵਿੱਚ ਕੋਈ ਆਤਮਿਕ ਬਲ ਕੰਮ ਕਰ ਰਿਹਾ ਹੈ। ਉਹਨਾਂ ਨੇ ਇਹ ਸੱਚ ਬੁੱਝ ਲਿਆ ਸੀ ਕਿ ਹਰਿਮੰਦਰ ਸਾਹਿਬ ਸਿੱਖਾਂ ਦੇ ਆਤਮਿਕ ਬਲ ਦਾ ਸੋਮਾ ਹੈ। ਕੁਝ ਇਸੇ ਤਰ੍ਹਾਂ ਲਗਾਓ ਗੁਰੂਆਂ ਦੇ ਵਰੋਸਾਏ ਪੰਜਾਬ ਨਾਲ ਸਿੱਖਾਂ ਦਾ ਬਣ ਗਿਆ ਸੀ। ਸਿੱਖਾਂ ਲਈ ਸਾਰਾ ਪੰਜਾਬ ਹੀ ਗੁਰੂ ਦਾ ਘਰ ਸੀ। ਪੰਜਾਬ ਨਾਲ ਗੁਰਾਂ ਦੀ ਯਾਦ ਜੁੜੀ ਹੋਣ ਕਰਕੇ ਉਹਨਾਂ ਲਈ ਪੰਜਾਬ ਆਤਮਿਕ ਅਨੁਭਵ ਬਣ ਗਿਆ ਸੀ। ਇਸ ਕਰਕੇ ਸਿੱਖਾਂ ਨੇ ਪੰਜਾਬ ਦੀ ਬਾਦਸ਼ਾਹੀ ਖੁਦਮੁਖਤਿਆਰੀ ਦੀ ਰੱਖਿਆ ਕਰਨ ਲਈ ਅੰਗਰੇਜ਼ ਫੌਜ ਵਿਰੁੱਧ ਜਿਹੜੀਆਂ ਜੰਗਾਂ ਲੜੀਆਂ, ਉਹ ਰੂਹਾਨੀਅਤ ਨੂੰ ਸੰਸਾਰੀ ਭਾਵਨਾ ਨਾਲੋਂ ਪਹਿਲ ਦੇ ਕੇ ਲੜੀਆਂ ਸਨ, ਪਰ ਪੂਰਬ ਦੇ ਸਮਰਾਟਸ਼ਾਹੀ ਰਾਜਾਂ ਪ੍ਰਤੀ ਵਫ਼ਾਦਾਰੀ ਦੇ ਭਾਵਾਂ ਅਤੇ ਪੱਛਮੀ ਅਰਥਾਂ ਵਾਲੇ ਰਾਸ਼ਟਰਵਾਦੀ ਜਜ਼ਬੇ ਤੋਂ ਬਿਲਕੁਲ ਵੱਖਰੀ ਗੱਲ ਸੀ।
ਇਸ ਕਰਕੇ ਅੰਗਰੇਜ਼ਾਂ ਨੇ ਪੰਜਾਬ ਉੱਤੇ ਰਾਜਸੀ ਗਲਬਾ ਪਾ ਲੈਣ ਤੋਂ ਬਾਅਦ ਇਸ ਗਲਬੇ ਨੂੰ ਸਦੀਵੀ ਬਣਾਉਣ ਲਈ ਸਿੱਖਾਂ ਨੂੰ ਉਹਨਾਂ ਦੇ ਅਮਰ ਰੂਹਾਨੀ ਸੋਮੇ ਨਾਲੋਂ ਤੋੜਨ ਦੀ ਕਪਟ ਭਰੀ ਯੋਜਨਾ ਅਮਲ ਵਿੱਚ ਲਿਆਂਦੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦਾ ਇੰਤਜ਼ਾਮ ਆਪਣੇ ਹੱਥਾਂ ਵਿੱਚ ਲੈ ਲਿਆ। ਅੰਗਰੇਜ਼ ਹਾਕਮਾਂ ਨੇ ਸਿੱਖਾਂ ਵਿੱਚੋਂ ਆਪਣੇ ਪੂਰਨ ਵਫਾਦਾਰ ਅਤੇ ਵਿਸ਼ਵਾਸ ਪਾਤਰ ਵਿਅਕਤੀਆਂ ਨੂੰ ਛਾਂਟ ਕੇ ਉਸ ਨੂੰ ਹਰਿਮੰਦਰ ਸਾਹਿਬ ਦਾ ਮੈਨੇਜਰ ਨਾਮਜ਼ਦ ਕਰਨ ਦੀ ਗੁਰਮਤ ਵਿਰੋਧੀ ਪ੍ਰਥਾ ਆਰੰਭ ਕਰ ਦਿੱਤੀ। ਸਿਰਫ ਇੰਨਾ ਹੀ ਨਹੀਂ, ਅੰਗਰੇਜ਼ਾਂ ਨੂੰ ਸਿੱਖਾਂ ਦਾ ਆਪਣੇ ਗੁਰੂਆਂ ਨਾਲ ਬੇਜੋੜ ਪਿਆਰ ਅਤੇ ਗੁਰੂਆਂ ਦੀ ਅਮਰ ਬਾਣੀ ਵਿੱਚ ਅਗਾਧ ਸ਼ਰਧਾ ਦੀ ਸਮਝ ਪੈ ਗਈ ਸੀ। ਇਸ ਕਰਕੇ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਆਪਣੇ ਕੰਟਰੋਲ ਵਿੱਚ ਲੈਣ ਉੱਤੇ ਹੀ ਸੰਤੋਖ ਨਹੀਂ ਕੀਤਾ। ਇਸ ਦੇ ਨਾਲ ਹੀ ਸਿੱਖਾਂ ਨੂੰ ਆਪਣੇ ਰੂਹਾਨੀ ਵਿਰਸੇ ਨਾਲੋਂ ਤੋੜਨ ਲਈ ਪੰਜਾਬੀ ਬੋਲੀ ਉੱਤੇ ਕਮੀਨਾ ਵਾਰ ਕਰਨ ਦਾ ਬੇਅਦਬੀ ਭਰਿਆ ਕਾਰਾ ਕੀਤਾ। ਮੰਨੇ ਪ੍ਰਮੰਨੇ ਅੰਗਰੇਜ਼ ਲਿਖਾਰੀ ਅਤੇ ਵਿੱਦਿਆ ਦੇ ਮਾਹਰ ਲੀਟਨਰ ਨੇ ਆਪਣੀ ਪ੍ਰਸਿੱਧ ਕਿਤਾਬ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਇਨ ਦੀ ਪੰਜਾਬ ਵਿੱਚ ਲਿਖਿਆ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਵਿੱਦਿਆ ਦਾ ਮਿਆਰ ਯੂਰਪੀ ਮਿਆਰ ਤੋਂ ਉੱਚਾ ਸੀ। ਅੰਗਰੇਜ਼ਾਂ ਨੇ ਸਿੱਖਾਂ ਨੂੰ ਰੂਹਾਨੀ ਵਿਰਸੇ ਨਾਲੋਂ ਤੋੜਨ ਦੇ ਨਾਪਾਕ ਇਰਾਦੇ ਨਾਲ ਪੰਜਾਬੀ ਵਿੱਚ ਵਿੱਦਿਆ ਦਾ ਸਿਲਸਿਲਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਇਨਸਾਫ ਅਤੇ ਭਾਸ਼ਾਈ ਅਸੂਲਾਂ ਦਾ ਘਾਤ ਕਰਕੇ ਪੰਜਾਬੀ ਦੀ ਥਾਂ ਉਰਦੂ ਨੂੰ ਪੰਜਾਬ ਦੀ ਸਥਾਨਿਕ ਭਾਸ਼ਾ ਦਾ ਦਰਜਾ ਦੇ ਦਿੱਤਾ ਅਤੇ ਸਾਰੀ ਸਿੱਖਿਆ ਉਰਦੂ ਦੇ ਮਾਧਿਅਮ ਰਾਹੀਂ ਦੇਣ ਦੀ ਘਿਨਾਉਣੀ ਪ੍ਰਣਾਲੀ ਪ੍ਰਚਲਿਤ ਕਰ ਦਿੱਤੀ। ਇਸ ਮੰਤਵ ਲਈ ਦਿੱਲੀ ਅਤੇ ਲਖਨਊ ਤੋਂ ਉਰਦੂ ਦੇ ਉਸਤਾਦ ਉਚੇਚੇ ਬੁਲਾਏ ਗਏ। ਪੰਜਾਬ ਉੱਤੇ ਕਬਜ਼ਾ ਕਰ ਲੈਣ ਤੋਂ ਬਾਅਦ ਬਰਤਾਨਵੀ ਹਾਕਮਾਂ ਨੇ ਬਦਲਾਖੋਰ ਲਹਿਜੇ ਵਿੱਚ ਪੰਜਾਬੀ ਕਾਇਦੇ ਉੱਤੇ ਧਾਵਾ ਬੋਲਦਿਆਂ ਹੋਇਆਂ ਸਰਕਾਰੀ ਇਸ਼ਤਿਹਾਰਾਂ ਵਿੱਚ ਹੋਕਾ ਦਿੰਦਿਆਂ ਕਿਹਾ, ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲੋਂ ਆਪਣੀ ਰਜ਼ਾਮੰਦੀ ਨਾਲ ਤਲਵਾਰ ਆਦਿ ਹਥਿਆਰ ਜਮ੍ਹਾਂ ਕਰਾਏਗਾ, ਉਹਨਾਂ ਨੂੰ 2 ਆਨਾ ਇਨਾਮ ਦਿੱਤਾ ਜਾਵੇਗਾ, ਜਿਹੜੀ ਉਸ ਜ਼ਮਾਨੇ ਵਿੱਚ ਚੰਗੀ ਭਲੀ ਰਕਮ ਸੀ, ਜਦਕਿ ਜਿਹੜਾ ਪੰਜਾਬੀ ਕਾਇਦਾ ਜਮ੍ਹਾਂ ਕਰਵਾਏਗਾ ਉਸ ਨੂੰ ਇਸ ਤੋਂ 3 ਗੁਣਾ ਰਕਮ ਭੇਟ ਕੀਤੀ ਜਾਵੇਗੀ, ਯਾਨੀ ਕਿ 6 ਆਨੇ ਦਿੱਤੇ ਜਾਣਗੇ। ਇਸ ਤੋਂ ਚੰਗੀ ਤਰ੍ਹਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੰਗਰੇਜ਼ਾਂ ਲਈ ਪੰਜਾਬੀ ਕਾਇਦਾ ਤੀਰਾਂ, ਤਲਵਾਰਾਂ ਅਤੇ ਬਰਸ਼ਿਆਂ ਨਾਲੋਂ ਵੀ ਵਧੇਰੇ ਖਤਰਨਾਕ ਸੀ। ਇਸ਼ਤਿਹਾਰੀ ਮੁਜਰਮਾਂ ਵਾਂਗ ਮੁਖਬਰਾਂ ਸਦਕਾ ਅੰਗਰੇਜ਼ ਸਰਕਾਰ ਨੇ ਪੰਜਾਬੀ ਕਾਇਦੇ ਲੱਭ ਕੇ ਜਾਇਜ਼ਾ ਕੀਤੇ ਤਾਂ ਕਿ ਪੰਜਾਬੀ ਜ਼ੁਬਾਨ ਫਿਰ ਤੋਂ ਸਿਰ ਨਾ ਚੁੱਕ ਲਵੇ। ਚਾਰਲਸ ਨੇਪੀਅਰ ਨੇ 1849 ਵਿੱਚ ਆਖਿਆ, ਹਾਲੇ ਅਸੀਂ ਪੰਜਾਬ 'ਤੇ ਸਿਰਫ ਕਬਜ਼ਾ ਕੀਤਾ ਹੈ, ਪਰ ਇਹ ਅਜੇ ਜਿੱਤਿਆ ਨਹੀਂ ਗਿਆ। ਪੰਜਾਬੀਆਂ ਅਤੇ ਉਹਨਾਂ ਦੀ ਭਾਸ਼ਾ ਨੂੰ ਫਤਿਹ ਕਰਨਾ ਅਜੇ ਬਾਕੀ ਹੈ। ਹਾਲੇ ਸਿਰਫ ਪੰਜਾਬੀਆਂ ਦੇ ਸਰੀਰਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਜਾ ਸਕਦਾ ਹੈ। ਉਹਨਾਂ ਦੇ ਦਿਲਾਂ, ਦਿਮਾਗਾਂ ਅਤੇ ਰੂਹਾਂ ਨੂੰ ਹਾਲੇ ਗੁਲਾਮ ਬਣਾਉਣਾ ਬਾਕੀ ਹੈ ਅਤੇ ਇਹ ਕੰਮ ਉਦੋਂ ਤੱਕ ਨਾਮੁਮਕਿਨ ਹੈ ਜਦੋਂ ਤੱਕ ਇਹਨਾਂ ਦੀ ਜ਼ਬਾਨ, ਅਦਬ, ਵਸਬ ਅਤੇ ਕੌਮੀਅਤ ਤੋਂ ਦੂਰ ਅਤੇ ਮਹਿਰੂਮ ਨਾ ਕਰ ਦਿੱਤੀ ਜਾਵੇ। ਸਗੋਂ ਇਹਨਾਂ ਦੇ ਦਿਲਾਂ ਵਿੱਚ ਪੰਜਾਬੀ ਵਸਬ ਦੀ ਨਫ਼ਰਤ ਪੈਦਾ ਕੀਤੀ ਜਾਵੇ। ਪ੍ਰੋਪੋਗੰਡਾ ਕਰਨ ਦੇ ਨਾਲ ਅੰਗਰੇਜ਼ਾਂ ਨੇ ਪੰਜਾਬੀ ਨੂੰ ਜੜ੍ਹੋਂ ਪੁੱਟਣ ਅਤੇ ਇਸ ਦਾ ਤਲਾ ਮੁਲਾ ਹੂੰਝਣ ਲਈ ਅਤੇ ਇਸ ਦੀ ਥਾਂ ਉਰਦੂ ਦਾ ਬੂਟਾ ਲਾਉਣ ਲਈ ਜੰਗੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਰ ਡੋਨਾਲਡ ਨੇ ਪੰਜਾਬੀ ਦਾ ਲੈਫਟੀਨੈਂਟ ਗਵਰਨਰ ਬਣਨ ਮਗਰੋਂ ਇਹ ਹੁਕਮ ਜਾਰੀ ਕੀਤਾ, ਪਹਿਲੇ ਮਰਹਲੇ ਵਿੱਚ ਪੰਜਾਬੀ ਦੇ ਪੜ੍ਹੇ ਲਿਖੇ ਲੋਕਾਂ ਨੂੰ ਉਰਦੂ ਸਿਖਾਈ ਜਾਵੇ, ਫਿਰ ਇਸ ਟੋਲੇ ਰਾਹੀਂ ਪੂਰੇ ਪੰਜਾਬ ਦੀ ਜੂਨ ਬਦਲੀ ਜਾਵੇ। ਪੰਜਾਬੀ ਨੂੰ ਮੁਕਾਉਣ ਅਤੇ ਇਸ ਦੀ ਥਾਵੇਂ ਉਰਦੂ ਨੂੰ ਵਧਾਉਣ ਫੁਲਾਉਣ ਲਈ ਲਾਹੌਰ ਵਿੱਚ ਸਰਕਾਰੀ ਬੁੱਕ ਡਿਪੂ ਕਾਇਮ ਕੀਤਾ ਗਿਆ, ਜਿਸ ਤਹਿਤ ਉਸ ਜ਼ਮਾਨੇ ਵਿੱਚ ਲੱਖਾਂ ਰੁਪਏ ਦੀਆਂ ਉਰਦੂ ਦੀਆਂ ਕਿਤਾਬਾਂ ਛਾਪੀਆਂ ਗਈਆਂ ਅਤੇ ਦਿੱਲੀ ਤੇ ਲਖਨਊ ਦੇ ਉਹਨਾਂ ਕਵੀਆਂ ਦੀਆਂ ਕਿਤਾਬਾਂ ਛਾਪੀਆਂ ਗਈਆਂ ਜਿਨ੍ਹਾਂ ਦਾ ਕਦੀ ਪੰਜਾਬੀਆਂ ਨੇ ਨਾਂ ਵੀ ਨਹੀਂ ਸੀ ਸੁਣਿਆ। ਇਸ ਦਾ ਨੁਕਸਾਨ ਇਹ ਹੋਇਆ ਕਿ ਪੰਜਾਬ ਦੀਆਂ 3 ਵੱਡੀਆਂ ਧਾਰਮਿਕ ਕੌਮਾਂ, ਜਿਹੜੀਆਂ ਅਲਿਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ ਸੁਣ ਕੇ ਆਪਣੇ ਇਸ਼ਕ ਹਕੀਕੀ ਨੂੰ ਤਾਜ਼ਾ ਕਰਕੇ ਰੂਹਾਨੀਅਤ ਦਾ ਸਨਮਾਨ ਕਰਦੀਆਂ ਸਨ। ਉਰਦੂ ਦੇ ਕਵੀਆਂ ਦਾ ਕਲਾਮ, ਜਿਹੜਾ ਇਸ਼ਕ ਮਜਾਜੀ 'ਤੇ ਆਧਾਰਿਤ ਸੀ, ਪੜ੍ਹ ਕੇ ਮਹਿਬੂਬ ਦੀ ਜ਼ੁਲਫ, ਰੁਖਸਾਰ ਅਤੇ ਅੱਖਾਂ ਵਿੱਚ ਉਲਝ ਗਈਆਂ। ਇਸ ਤਰ੍ਹਾਂ ਪੰਜਾਬੀ ਸਮਾਜ ਇੱਕ ਨਵੀਂ ਰਾਹ 'ਤੇ ਪੈ ਗਿਆ। ਕਿਤਾਬਾਂ ਛਾਪਣ ਦੇ ਨਾਲ ਅੰਗਰੇਜ਼ ਸਰਕਾਰ ਪੰਜਾਬ ਦੀ ਧਰਤੀ ਉੱਤੇ ਉਰਦੂ
ਮੁਸ਼ਾਇਰੇ ਵੀ ਬੜੇ ਠੋਕਵੇਂ ਅੰਦਾਜ਼ ਵਿੱਚ ਕਰਾਉਂਦੀ, ਜਿਨ੍ਹਾਂ ਦੀ ਸਰਪ੍ਰਸਤੀ ਗੋਰੇ ਹਾਕਮ ਕਰਦੇ ਅਤੇ ਅਨਪੜ੍ਹ ਜਨਤਾ ਨੂੰ ਨੰਬਰਦਾਰ ਅਤੇ ਪਟਵਾਰੀਆਂ ਰਾਹੀਂ ਇਹਨਾਂ ਮੁਸ਼ਾਇਰਿਆਂ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਜਾਂਦਾ। ਇਸ ਪ੍ਰਸੰਗ ਵਿੱਚ ਗਦਰ ਪਾਰਟੀ ਵੱਲੋਂ ਉਰਦੂ ਦੇ ਨਾਲੋਂ ਨਾਲ ਗੁਰਮੁਖੀ ਵਿੱਚ ਅਖਬਾਰ ਚਾਲੂ ਕਰਨਾ ਅਹਿਮ ਅਰਥ ਰੱਖਦਾ ਸੀ, ਕਿਉਂਕਿ ਉਸ ਵੇਲੇ ਪੰਜਾਬ ਅੰਦਰ ਗੁਰਮੁਖੀ ਨਾਲੋਂ ਉਰਦੂ ਪੜ੍ਹਨ ਲਿਖਣ ਵਾਲੇ ਲੋਕਾਂ ਦੀ ਗਿਣਤੀ ਵੱਧ ਸੀ। ਅਜਿਹਾ ਸ਼ਾਇਦ ਹੀ ਕੋਈ ਹੋਵੇਗਾ ਜਿਸ ਨੂੰ ਗੁਰਮੁਖੀ ਤਾਂ ਆਉਂਦੀ ਹੋਵੇ ਪਰ ਉਰਦੂ ਨਾ ਆਉਂਦੀ ਹੋਵੇ, ਜਦ ਕਿ ਅਜਿਹੇ ਬਹੁਤ ਲੋਕ ਸਨ ਜਿਹੜੇ ਉਰਦੂ ਤਾਂ ਪੜ੍ਹ ਸਕਦੇ ਸਨ ਪਰ ਗੁਰਮੁਖੀ ਦੇ ਗਿਆਨ ਤੋਂ ਕੋਰੇ ਸਨ। ਇਸ ਕਰਕੇ ਜੇਕਰ ਭਾਸ਼ਾ ਨੂੰ ਮਨੁੱਖੀ ਸਮੂਹ ਦੀ ਸਿਰਫ ਇੱਕ ਅਮਲੀ ਲੋੜ ਅਰਥਾਤ ਸੰਚਾਰ ਅਤੇ ਪ੍ਰਚਾਰ ਦੇ ਸਾਧਨ ਤੱਕ ਹੀ ਸੀਮਿਤ ਕਰਕੇ ਵੇਖਿਆ ਜਾਵੇ ਤਾਂ ਇਹ ਵਿਹਾਰਕ ਲੋੜ ਗਦਰ ਪਾਰਟੀ ਕੇਵਲ ਉਰਦੂ ਦੇ ਅਖਬਾਰ ਦੇ ਜ਼ਰੀਏ ਵੀ ਪੂਰੀ ਕਰ ਸਕਦੀ ਸੀ। ਪਰ ਸਿੱਖਾਂ ਦਾ ਪੰਜਾਬੀ ਅਤੇ ਗੁਰਮੁਖੀ ਨਾਲ ਰਿਸ਼ਤਾ ਮਹਿਜ ਵਿਹਾਰਕ ਨਹੀਂ, ਅਧਿਆਤਮਿਕ ਹੈ। ਗੁਰੂਆਂ ਦੀ ਇਲਾਹੀ ਬਾਣੀ ਤੋਂ ਲੈ ਕੇ ਸਿੱਖਾਂ ਦਾ ਸਾਰਾ ਧਾਰਮਿਕ ਸਾਹਿਤ ਗੁਰਮੁਖੀ ਵਿੱਚ ਹੈ। ਇਸ ਕਰਕੇ ਗੁਰਮੁਖੀ ਸਿੱਖਾਂ ਨੂੰ ਉਹਨਾਂ ਦੇ ਅਧਿਆਤਮਿਕ ਵਿਰਸੇ ਨਾਲ ਜੋੜਨ ਦਾ ਸਾਧਨ ਹੈ। ਪਹਿਲੇ ਸਮਿਆਂ ਵਿੱਚ ਜਦੋਂ ਅਜੇ ਹਿੰਦੁਸਤਾਨ ਅਤੇ ਪੰਜਾਬ ਅੰਦਰ ਆਧੁਨਿਕਤਾ ਭਾਵ ਪੱਛਮੀ ਸਭਿਅਤਾ ਦਾ ਬੋਲਬਾਲਾ ਨਹੀਂ ਹੋਇਆ ਸੀ, ਸਿੱਖ ਛਪੇ ਹੋਏ ਗੁਰਮਤੀ ਅੱਖਰਾਂ ਨੂੰ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਸਨ। ਉਹ ਗੁਰਮੁਖੀ ਦੀ ਕਿਸੇ ਕਿਤਾਬ ਜਾਂ ਅਖਬਾਰ ਦੇ ਫਟੇ ਹੋਏ ਜਾਂ ਧਰਤੀ ਉੱਤੇ ਡਿੱਗੇ ਵਰਕੇ ਨੂੰ ਫੌਰੀ ਅਦਬ ਨਾਲ ਚੁੱਕ ਕੇ ਸਾਂਭ ਲੈਂਦੇ ਸਨ। ਇਸ ਰੌਸ਼ਨੀ ਵਿੱਚ ਦੇਖਿਆਂ ਗੁਰਮੁਖੀ ਵਿੱਚ ਗਦਰ ਅਖਬਾਰ ਨੂੰ ਚਾਲੂ ਕਰਨ ਦੇ ਪਿੱਛੇ ਗਦਰੀ ਆਗੂਆਂ ਦਾ ਸਿੱਖ ਪਿਆਰ ਕੰਮ ਕਰਦਾ ਸਪਸ਼ਟ ਨਜ਼ਰ ਆ ਜਾਂਦਾ ਹੈ, ਖਾਸ ਕਰਕੇ ਉਸ ਹਾਲਤ ਵਿੱਚ ਜਦੋਂ ਪੰਜਾਬ ਦਾ ਆਰੀਆ ਸਮਾਜੀ ਵਰਗ ਵੈਦਿਕ ਸ਼ਾਵਣਵਾਦ ਦੇ ਨਿਖੇਧਾਤਮਕ ਅਸਰ ਹੇਠ ਗੁਰਮੁਖੀ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਣ ਲੱਗ ਪਿਆ ਸੀ ਅਤੇ ਇਸ ਦੀ ਜਗ੍ਹਾ ਦੇਵਨਗਰੀ ਨੂੰ ਉਤਸ਼ਾਹਿਤ ਕਰਨ ਦੀ ਫਿਰਕੂ ਧਾਰਨਾ ਉੱਤੇ ਚੱਲ ਰਿਹਾ ਸੀ। ਗਦਰੀ ਆਗੂ ਜਾਣਦੇ ਸਨ ਕਿ ਪੰਜਾਬੀ ਵਿੱਚ ਗਦਰ ਅਖਬਾਰ ਸਿੱਖ ਪਾਠਕਾਂ ਅੰਦਰ ਕੌਮੀਅਤ ਦਾ ਜਜ਼ਬਾ ਅਤੇ ਜੋਸ਼ ਪੈਦਾ ਕਰਨ ਵਿੱਚ ਪੁੱਜ ਕੇ ਸਹਾਈ ਹੋਵੇਗਾ। ਹੋਇਆ ਵੀ ਇੰਝ ਹੀ। ਇਸ ਦੀ ਪੁਸ਼ਟੀ ਭਾਈ ਭਗਵਾਨ ਸਿੰਘ ਦੇ ਹੇਠ ਦਿੱਤੇ ਕਥਨ ਤੋਂ ਹੁੰਦੀ ਹੈ। ਜਦੋਂ ਗਦਰ ਦਾ ਪਰਚਾ ਨਿਕਲਿਆ ਤਾਂ ਸਾਡੇ ਆਦਮੀ 6-7% ਹੀ ਪੰਜਾਬੀ ਲਿਖ ਪੜ੍ਹ ਸਕਦੇ ਸਨ। ਜਦ ਉਹਨਾਂ ਗਦਰ ਦੇ ਮਜ਼ਮੂਨ ਅਤੇ ਗਦਰ ਦੀਆਂ ਗੂੰਜਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਇਤਨਾ ਉਹਨਾਂ ਨੂੰ ਇਸ਼ਕ ਚੜ੍ਹਿਆ, ਇਤਨੀ ਉਹਨਾਂ ਦੇ ਦਿਲਾਂ ਵਿੱਚ ਅੱਗ ਲੱਗੀ ਕਿ ਉਹਨਾਂ ਆਪਣੇ ਆਪ ਪੰਜਾਬੀ ਪੜ੍ਹਨੀ ਸ਼ੁਰੂ ਕਰ ਦਿੱਤੀ। 6 ਮਹੀਨੇ ਦੇ ਅੰਦਰ ਅੰਦਰ ਸਾਡੇ ਭਾਈ ਪੰਜਾਬੀ ਪੜ੍ਹਨ ਲੱਗ ਪਏ। ਇੱਥੇ ਤੱਕ ਕਿ ਇੱਕ ਕਿਸਮ ਦਾ ਬੌਧਿਕ ਇਨਕਲਾਬ ਪੈਦਾ ਹੋ ਗਿਆ ਸੀ। ਉਹਨਾਂ ਭਾਈਆਂ ਨੂੰ ਜਿਨ੍ਹਾਂ ਨੂੰ ਕਦੇ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਸੀ ਆਉਂਦੀ, ਜਦੋਂ ਉਹਨਾਂ ਨੂੰ ਗਦਰ ਦਾ ਜੋਸ਼ ਚੜ੍ਹਿਆ, ਜਦੋਂ ਉਹਨਾਂ ਨੂੰ ਵਟਣਾ ਚਾੜ੍ਹਿਆ, ਜਦੋਂ ਉਹਨਾਂ ਨੂੰ ਖਿਆਲ ਆਇਆ ਤਾਂ ਉਹ ਪੰਜਾਬੀ ਵਿੱਚ ਨਜ਼ਮਾਂ ਲਿਖਣ ਲੱਗ ਪਏ। ਸਿੱਧੀਆਂ ਪੁੱਠੀਆਂ, ਕੋਈ ਜੋੜ ਬਣੇ ਜਾਂ ਨਾ ਬਣੇ, ਰਿਦਮ ਬਣੇ ਜਾਂ ਨਾ ਬਣੇ, ਕਿਸੇ ਨੂੰ ਕਾਫੀਆਬੰਦੀ ਨਹੀਂ ਆਉਂਦੀ, ਕੋਈ ਵਿਆਕਰਨ ਨਹੀਂ ਆਉਂਦੀ, ਕਿਸੇ ਨੂੰ ਕੋਈ ਤਕਰੀਰ ਕਰਨੀ ਨਹੀਂ ਆਉਂਦੀ, ਸਾਰੇ ਉੱਠ ਕੇ ਆਪਣੇ ਦਿਲਾਂ ਦੀ ਭਾਫ ਕੱਢਣ ਲੱਗ ਪਏ। ਅੰਦਾਜ਼ਾ ਲਾਓ ਕਿ ਕਿਤਨੀ ਸ਼ਕਤੀ ਸੀ ਗਦਰ ਪਾਰਟੀ ਦੇ ਦੇਸ਼ ਭਗਤ ਸੂਰਬੀਰਾਂ ਵਿੱਚ। ਪੰਜਾਬੀਆਂ ਤੋਂ ਬਿਨਾਂ ਹੋਰ ਕਿਸੇ ਵੀ ਜ਼ਬਾਨ ਨੇ ਗਦਰ ਦੇ ਪਾਠਕਾਂ ਅੰਦਰ ਅਜਿਹਾ ਬੌਧਿਕ ਇਨਕਲਾਬ ਨਹੀਂ ਲਿਆਂਦਾ ਸੀ। ਗਦਰ ਪਾਰਟੀ ਨੇ ਲਹਿਰ ਨੂੰ ਦੇਸ਼ ਵਿਆਪਕ ਸਰੂਪ ਅਤੇ ਪ੍ਰਸਾਰ ਦੇਣ ਦੇ ਮੰਤਵ ਨਾਲ ਦੂਸਰੀਆਂ ਜ਼ਬਾਨਾਂ ਵਿੱਚ ਵੀ ਅਖਬਾਰ ਚਾਲੂ ਕਰਨ ਦਾ ਫੈਸਲਾ ਕੀਤਾ। ਇਸ ਪ੍ਰਥਾਏ ਗੁਜਰਾਤੀ ਅਤੇ ਹਿੰਦੀ ਵਿੱਚ ਅਖਬਾਰ ਛਾਪਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ, ਪਰ ਉਹਨਾਂ ਨੂੰ ਕੋਈ ਫਲ ਨਾ ਪਿਆ। ਇਹਨਾਂ ਨੇ ਪਾਠਕਾਂ ਨੂੰ ਉਹ ਇਸ਼ਕ ਨਾ ਚਾੜ੍ਹਿਆ, ਉਹਨਾਂ ਦੇ ਦਿਲਾਂ ਅੰਦਰ ਉਹ ਅੱਗ ਨਾ ਲਾਈ ਜਿਹੜੀ ਪੰਜਾਬੀ ਗਦਰ ਨੇ ਲਾਈ ਸੀ। ਸਿੱਟੇ ਵਜੋਂ ਗੁਜਰਾਤੀ ਅਤੇ ਹਿੰਦੀ ਵਿੱਚ ਮੁਸ਼ਕਿਲ ਨਾਲ 1-2 ਪਰਚੇ ਹੀ ਛਪੇ। ਇਹਨਾਂ ਦਾ ਵੀ ਕਿਤੋਂ ਕੋਈ ਖੁਰਾ ਖੋਜ ਨਹੀਂ ਮਿਲਦਾ। ਅੰਗਰੇਜ਼ ਸਰਕਾਰ ਦੀਆਂ ਖੁਫੀਆ ਸੰਸਥਾਵਾਂ ਦੀ ਪੜਤਾਲ ਅਤੇ ਮੁਕੱਦਮਿਆਂ ਦੀਆਂ ਕਾਰਵਾਈਆਂ ਵਿੱਚ ਇਹਨਾਂ ਦਾ ਮੁਰਦਾ ਜ਼ਿਕਰ ਹੀ ਆਉਂਦਾ ਹੈ। ਇਹਨਾਂ ਵੱਲੋਂ ਇਨਕਲਾਬੀ ਦੇਸ਼ ਭਗਤ ਤਿਆਰ ਕਰਨ ਦਾ ਕਿਤੇ ਜ਼ਿਕਰ ਨਹੀਂ ਮਿਲਦਾ। ਸਿੱਖ ਸੰਵੇਦਨਾ ਨੂੰ ਹਲੂਣਾ। ਪੰਜਾਬੀ ਦਾ ਗਦਰ ਅਖਬਾਰ ਉਰਦੂ ਅਖਬਾਰ ਦੀ ਹੂਬਹੂ ਨਕਲ ਨਹੀਂ ਹੁੰਦੀ ਸੀ।
ਇਸ ਵਿੱਚ ਉਰਦੂ ਅਖਬਾਰ ਨਾਲੋਂ ਕੁਝ ਵੱਖਰੀਆਂ ਲਿਖਤਾਂ ਵੀ ਛਾਪੀਆਂ ਜਾਂਦੀਆਂ ਸਨ। ਇਹ ਲਿਖਤਾਂ ਜ਼ਿਆਦਾ ਕਰਕੇ ਸਿੱਖਾਂ ਦੇ ਸਮਕਾਲੀ ਭਖਵੇਂ ਮਸਲਿਆਂ ਬਾਰੇ ਹੁੰਦੀਆਂ ਸਨ। ਇਹਨਾਂ ਦੀ ਚੋਣ ਭਾਈ ਕਰਤਾਰ ਸਿੰਘ ਸਰਾਭਾ ਕਰਦਾ ਸੀ। ਨੋਟ ਕਰਨ ਵਾਲੀ ਖਾਸ ਗੱਲ ਇਹ ਹੈ ਕਿ ਪੰਜਾਬੀ ਦੇ ਗਦਰ ਅਖਬਾਰ ਵਿੱਚ ਅੰਗਰੇਜ਼ ਹਕੂਮਤ ਵੱਲੋਂ ਸਿੱਖਾਂ ਦਾ ਮੁਲਕ ਅਤੇ ਉਹਨਾਂ ਦੇ ਗੁਰੂ ਅਸਥਾਨ ਅਤੇ ਵਿੱਦਿਆ ਅਸਥਾਨ ਖੋਹ ਲੈਣ ਦੇ ਸੰਵੇਦਨਸ਼ੀਲ ਮਸਲਿਆਂ ਨੂੰ ਪ੍ਰਮੁੱਖ ਤੌਰ 'ਤੇ ਉਭਾਰਿਆ ਗਿਆ। ਜਨਵਰੀ 1914 ਦੇ ਅੰਕ ਵਿੱਚ ਪੰਥ ਅੱਗੇ ਪੁਕਾਰ ਦੇ ਸਿਰਲੇਖ ਹੇਠ ਇਹਨਾਂ ਸੰਵੇਦਨਸ਼ੀਲ ਮਸਲਿਆਂ ਨੂੰ ਲੈ ਕੇ ਸਿੱਖਾਂ ਦੀ ਧਾਰਮਿਕ ਅਤੇ ਕੌਮੀ ਸੰਵੇਦਨਾ ਨੂੰ ਹਲੂਣਾ ਦੇਣ ਦਾ ਪੁਰਜ਼ੋਰ ਯਤਨ ਕੀਤਾ ਗਿਆ, ਜਿਸ ਤੋਂ ਸਿੱਖ ਗਦਰੀ ਆਗੂਆਂ ਦੇ ਧਾਰਮਿਕ ਅਤੇ ਕੌਮੀ ਵਲਵਲਿਆਂ ਦੀ ਤਸਵੀਰ ਉਘੜ ਆਉਂਦੀ ਹੈ। ਜਜ਼ਬਾਤੀ ਸ਼ੈਲੀ ਵਿੱਚ ਲਿਖੇ ਇਸ ਲੇਖ ਵਿੱਚ ਸਿੱਖ ਕੌਮ ਨੂੰ ਇੰਜ ਵੰਗਾਰ ਪਾਈ ਗਈ। ਅੰਗਰੇਜ਼ਾਂ ਨੇ ਸਾਡੇ ਕੌਮੀ ਅਸਥਾਨ, ਕਾਲਜ ਅਤੇ ਮਲਕੀਅਤ ਕਿਸ ਤਰ੍ਹਾਂ ਬਰਬਾਦ ਕੀਤੀ ਹੈ ਅਤੇ ਲਾਲਚੀ, ਬਦਮਾਸ਼, ਦਗਾਬਾਜ਼ ਆਗੂ ਸਾਨੂੰ ਕਿਸ ਤਰ੍ਹਾਂ ਬਰਬਾਦ ਕਰ ਰਹੇ ਹਨ। ਐ ਸਿੱਖ ਭਾਈਓ, ਤੁਸੀਂ ਕਦੇ ਸੋਚਿਆ ਕਿ ਸਾਡਾ ਕੀ ਹਾਲ ਹੋ ਰਿਹਾ ਹੈ? ਅੰਗਰੇਜ਼ਾਂ ਨੇ ਸਾਡੀ ਜੜ੍ਹਾਂ ਵਿੱਚ ਉਸ ਦਿਨ ਤੋਂ ਤੇਲ ਦੇ ਛੱਡਿਆ ਹੈ ਜਿਸ ਦਿਨ ਇਹਨਾਂ ਨੇ ਸਾਡਾ ਮੁਲਕ ਖੋਹ ਲਿਆ। ਕਦੇ ਕਿਸੇ ਦੇ ਵਿੱਦਿਆ ਅਸਥਾਨ ਅਤੇ ਗੁਰੂ ਅਸਥਾਨ ਵੀ ਕਿਸੇ ਨੇ ਖੋਹੇ ਨੇ। ਦੇਖੋ 1907 ਵਿੱਚ ਖਾਲਸਾ ਕਾਲਜ, ਜਿਹੜਾ ਸਾਡਾ ਬੜਾ ਹਮੈਤੀ ਸੀ, ਇਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਅਤੇ ਨਾਉ ਨੂੰ ਖਾਲਸਾ ਕਾਲਜ ਪਰ ਅਖਤਿਆਰ ਅੰਗਰੇਜ਼ਾਂ ਦਾ। ਪਰ ਇੱਕ ਬਾਤ ਔਰ ਹੈ ਜਿਹੜੀ ਘੱਟ ਵੱਧ ਸਾਡੇ ਭਾਈ ਜਾਣਦੇ ਹਨ, ਉਹ ਇਹ ਹੈ ਕਿ ਜਿਹੜਾ ਪਵਿੱਤਰ ਅਸਥਾਨ ਹਮਾਰੇ ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥੀਂ ਟੋਕਰੀ ਉਠਾ ਕੇ ਬਣਾਇਆ ਸੀ, ਬਦਮਾਸ਼ ਬੇਈਮਾਨ ਅੰਗਰੇਜ਼ਾਂ ਨੇ ਹਮਾਰੇ ਗੁਰਦੁਆਰੇ ਸ਼੍ਰੀ ਅੰਮ੍ਰਿਤਸਰ ਜੀ ਕੋ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਹੁਣ ਦੱਸੋ ਸਾਡਾ ਹੱਕ ਕਿੱਥੇ ਰਹਿ ਗਿਆ? ਸਾਡਾ ਨਾਉ ਕਦ ਤੱਕ ਰਹੂਗਾ? ਇੱਕ ਈਸਾਈ ਨੇ ਜਿਸ ਨੇ ਸਾਡੇ ਕਾਲਜ ਨੂੰ ਹਜਮ ਕਰ ਲਿਆ ਹੈ, ਉਸ ਦੇ ਭਾਈ ਇੱਕ ਸ਼ਰਾਬੀ ਅਤੇ ਬੇਈਮਾਨ ਦਗੇਬਾਜ਼ ਨੇ ਸਾਡੇ ਪਵਿੱਤਰ ਅਸਥਾਨ ਦੇ ਪੈਸੇ ਨੂੰ ਛੱਡ ਦਿੱਤਾ ਹੈ। ਕੀ ਸਾਡੀ ਖਾਤਰ ਜਿਉਂਦੇ ਰਹਿਣਾ ਚਾਹੀਦਾ ਹੈ ਕਿ ਜਿਸ ਜਗ੍ਹਾ ਨੂੰ ਗੁਰੂ ਜੀ ਲਹੂ ਪਾਣੀ ਹੋ ਕੇ ਬਣਵਾਇਆ ਸੀ, ਉਸ ਨੂੰ ਸ਼ਰਾਬੀ, ਰੰਡੀਬਾਜ਼, ਲੁਟੇਰੇ ਅੰਗਰੇਜ਼ ਖਾ ਜਾਣ? ਸਾਨੂੰ ਕੀ ਖਬਰ ਹੈ ਕਿ ਉਹਨਾਂ ਨੇ ਕਿਤਨਾ ਪੈਸਾ ਹਜਮ ਕਰ ਲਿਆ ਹੈ, ਜਦੋਂ ਉਸ ਦੀ ਕੋਈ ਖਰਚ ਜਾਂ ਆਮਦਨ ਦੀ ਰਿਪੋਰਟ ਨਹੀਂ ਛਪਦੀ? ਕੀ ਅਸੀਂ ਸਿੱਖ ਕਹਾਉਣ ਦੇ ਲਾਇਕ ਹਾਂ? ਨਹੀਂ ਨਹੀਂ, ਸਿਰਫ ਈਸਾਈ ਹਾਂ। ਜਦ ਇੱਕ ਈਸਾਈ ਸਾਡੇ ਗੁਰੂ ਅਸਥਾਨਾਂ ਦਾ ਮੁਖਤਿਆਰ ਬਣਿਆ ਬੈਠਾ ਹੈ, ਹੁਣ ਸਾਡੇ ਈਸਾਈ ਬਣਨ ਦੀ ਕੀ ਕਸਰ ਹੈ? ਕਿਸੇ ਕੌਮ ਦੀ ਇਸ ਤੋਂ ਜ਼ਿਆਦਾ ਕੀ ਬੇਇੱਜ਼ਤੀ ਹੋ ਸਕਦੀ ਹੈ ਕਿ ਜਿੱਥੇ ਗੁਰੂ ਅਸਥਾਨ, ਵਿੱਦਿਆ ਅਸਥਾਨ ਅਤੇ ਕੁੱਲ ਮਲਕੀਅਤ ਦੂਜਿਆਂ ਦੇ ਹੱਥ ਵਿੱਚ ਹੋਵੇ, ਉਹ ਉਹਨਾਂ ਦੀ ਵਫਾਦਾਰੀ ਕਰਨ। ਇਹ ਮੌਤ ਦੇ ਨਾਲੋਂ ਵੀ ਵਧੀਕ ਹੈ। ਉਸ ਕੌਮ ਦੇ ਬਾਹਰੋਂ ਜੁੱਤੀਆਂ ਕਿਉਂ ਨਾ ਪੈਣ ਜਿਸ ਦਾ ਘਰ ਵਿੱਚ ਇਹ ਹਾਲ ਹੋਵੇ। ਕੀ ਉਸ ਕੌਮ ਨੂੰ ਇਸ ਦੁਨੀਆ 'ਤੇ ਜਿਉਂਦੇ ਰਹਿਣਾ ਚਾਹੀਦਾ ਹੈ? ਕੀ ਅੱਜ ਸਿੱਖ, ਜਿਹੜਾ 1.25 ਲੱਖ ਨਾਲ ਲੜਨ ਦੇ ਦਾਅਵੇ ਰੱਖਦਾ ਸੀ, ਸਿੱਖ ਕਹਾਣ ਦੇ ਲਾਇਕ ਹੈ? ਬਿਲਕੁਲ ਨਹੀਂ। ਜਦ ਨਾ ਉਹਨਾਂ ਦਾ ਮੁਲਕ ਰਿਹਾ, ਨਾ ਧਰਮ, ਕੀ ਅਜੇ ਗੁਰੂ ਸਾਹਿਬ ਤੋਂ ਫੇਰ ਉਮੀਦ ਰੱਖਦੇ ਹੋ ਕਿ ਉਹ ਆ ਕੇ ਤੁਹਾਡੇ ਦੁੱਖਾਂ ਨੂੰ ਹਟਾਉਣਗੇ? ਮੈਂ ਤਾਂ ਇਹ ਕਹਿੰਦਾ ਹਾਂ ਕਿ ਉਹ ਸਾਡੀ ਕਦੇ ਮਦਦ ਨਹੀਂ ਕਰਨਗੇ। ਜਦ ਉਹਨਾਂ ਨੇ ਸਭ ਟੱਬਰੇ ਜ਼ੁਲਮ ਦੇ ਵਿਰੁੱਧ ਕੁਰਬਾਨ ਹੋ ਕੇ ਦਿਖਾ ਦਿੱਤਾ, ਅਤੇ ਇਹ ਦਿਖਾਵਾ ਨਹੀਂ ਸੀ, ਇਹ ਹੁਕਮ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਕਰੋ। ਜਦ ਅਸੀਂ ਉਹਨਾਂ ਦੇ ਹੁਕਮ ਨੂੰ ਨਹੀਂ ਮੰਨਦੇ, ਅਸੀਂ ਉਹਨਾਂ ਦੇ ਸਿੱਖ ਨਹੀਂ ਹਾਂ। ਉਹ ਸਿੱਖ ਭਾਈਓ, ਜੰਗ ਵਿੱਚ ਆ ਮਿਲੋ। ਕੀ ਸਾਨੂੰ ਲੋਕ ਕਹਿਣਗੇ ਕਿ ਜਿਹੜੇ ਸਿੱਖ ਦੂਜਿਆਂ ਦੀ ਖਾਤਰ ਕੁਰਬਾਨ ਹੁੰਦੇ ਸਨ, ਅੱਜ ਅੰਗਰੇਜ਼ ਉਹਨਾਂ ਨੂੰ ਭੇਡਾਂ ਵਾਂਗ ਖਾ ਰਹੇ ਹਨ? ਕੀ ਇਹ ਸਿੰਘਾਂ ਦੇ ਨਾਉ ਨੂੰ ਬਟਾ ਨਹੀਂ? ਅਸੀਂ ਕਹੇ ਲਾਇਕ ਪੈਦਾ ਹੋ ਗਏ ਹਾਂ ਕਿ ਸ਼ੇਰਾਂ ਤੋਂ ਭੇਡਾਂ ਬਣ ਰਹੇ ਹਾਂ। ਸ਼ਰਮ ਸ਼ਰਮ ਵੀਰੋ, ਅਜੇ ਵੀ ਆ ਜਾਓ, ਇਸ ਫੁੱਟ ਨੂੰ ਤੋੜ ਦਿਓ। ਤਲਵਾਰ ਪਕੜ ਕੇ ਜ਼ਾਲਮ ਨੂੰ ਜ਼ੁਲਮ ਦਾ ਸਵਾਦ ਚਖਾਓ। ਅਸੀਂ ਸ਼ੇਰ ਹਾਂ, ਸ਼ੇਰਾਂ ਦਾ ਕੰਮ ਕਰਾਂਗੇ। ਆਓ ਗਦਰ ਵਿੱਚ ਮਿਲ ਜਾਈਏ। ਗਦਰ ਬਿਨਾਂ ਸਾਡਾ ਛੁਟਕਾਰਾ ਨਹੀਂ ਹੋਵੇਗਾ।
ਜਿੱਥੇ ਵੀ ਭਾਰਤੀਆਂ ਦਾ ਕੋਈ ਵਰਗ ਗੁਲਾਮੀ ਅਤੇ ਵਿਤਕਰੇ ਵਿਰੁੱਧ ਜਥੇਬੰਦ ਆਵਾਜ਼ ਉਠਾਉਣ ਦੀ ਦਲੇਰੀ ਕਰਦਾ ਸੀ, ਗਦਰ ਪਾਰਟੀ ਵੱਲੋਂ ਜਿੱਥੇ ਉਸ ਦਾ ਪੁਰਜ਼ੋਰ ਸਵਾਗਤ ਕੀਤਾ ਜਾਂਦਾ ਸੀ, ਉੱਥੇ ਨਾਲ ਹੀ ਗੁਲਾਮੀ ਕਬੂਲ ਕਰੀ ਬੈਠੇ ਸਿੱਖਾਂ ਨੂੰ ਚੁਭਵੇਂ ਮਿਹਣੇ ਦਿੱਤੇ ਜਾਂਦੇ ਸਨ। ਦੱਖਣੀ ਅਫਰੀਕਾ ਵਿੱਚ ਗੁਜਰਾਤੀ ਔਰਤਾਂ ਨੇ ਗੁਲਾਮੀ ਦੇ ਕਾਨੂੰਨਾਂ ਦੇ ਵਿਰੋਧ ਵਿੱਚ ਮਰਦਾਂ ਦੇ ਬਰਾਬਰ ਮੋਰਚੇ ਮੱਲੇ ਤਾਂ ਗਦਰ ਵਿੱਚ ਗੁਜਰਾਤੀ ਔਰਤਾਂ ਦੀ ਮਿਸਾਲ ਦੇ ਕੇ ਸਿੱਖਾਂ ਦੀ ਜ਼ਮੀਨ ਨੂੰ ਝੰਜੋੜਨ ਦਾ ਪੁਰਜ਼ੋਰ ਯਤਨ ਕੀਤਾ ਗਿਆ। 30 ਦਸੰਬਰ 1913 ਦੇ ਅੰਕ ਵਿੱਚ ਪੰਜਾਬੀ ਸਿੰਘ ਅਤੇ ਗੁਜਰਾਤੀ ਔਰਤਾਂ ਦੇ ਅਨੁਵਾਦ ਹੇਠ ਛਪੇ ਲੇਖ ਵਿੱਚ ਸਿੱਖਾਂ ਦੀ ਅਣਖ ਨੂੰ ਇੰਜ ਵੰਗਾਰਿਆ ਗਿਆ। ਹੁਣ ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕਰ ਸ਼ੇਰ ਬਣਾਇਆ ਸੀ ਅਤੇ ਇੱਕ ਸਿੰਘ 1.25 ਲੱਖ ਨਾਲ ਲੜਨ ਦਾ ਦਾਅਵਾ ਰੱਖਦੇ ਸਨ, ਉਹ ਹੁਣ ਵੀ ਪੰਜਾਬ ਵਿੱਚ ਇਸੇ ਤਰ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਪਰ ਉਹ ਪਹਿਲਾਂ ਜਿਹੀ ਕੁਵੱਤ ਅਤੇ ਬਹਾਦਰੀ ਸਿੰਘਾਂ ਵਿੱਚ ਕਿਉਂ ਨਹੀਂ ਰਹੀ? ਇਸ ਦੇ 2 ਸਬੱਬ ਹਨ। ਪਹਿਲਾ, ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ ਉਹ ਗੁਲਾਮ ਹਨ। ਗੁਰਦੁਆਰਿਆਂ ਦੇ ਗ੍ਰੰਥੀ ਅੰਗਰੇਜ਼ ਬਾਂਦਰਾਂ ਨੂੰ ਝੁਕ ਕੇ ਸਲਾਮ ਕਰਦੇ ਦੇਖੇ ਜਾਂਦੇ ਹਨ। ਭਲਾ ਅਜਿਹੇ ਨੀਚ ਪੁਰਸ਼ ਜਿਹੜੇ ਮਜ਼੍ਹਬੀ ਲੀਡਰ ਬਣੇ ਹੁੰਦੇ ਹਨ ਤਾਂ ਕੌਮ ਵਿੱਚ ਕੀ ਤਾਕਤ ਤੇ ਦਲੇਰੀ ਹੋ ਸਕਦੀ ਹੈ? ਜਦ ਤੱਕ ਸ਼ੇਰ ਦਿਲ ਅਤੇ ਬਹਾਦਰ ਆਦਮੀ ਸ਼ਹੀਦ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕੱਲ੍ਹ ਦੇ ਹਾਲ ਪਰ ਸਿੰਘਾਂ ਨੂੰ ਅੱਛੀ ਤਰ੍ਹਾਂ ਨਿਗਾਹ ਮਾਰਨੀ ਚਾਹੀਦੀ ਹੈ ਅਤੇ ਗੁਲਾਮ ਅਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ। ਦੂਜਾ ਸਬੱਬ ਇਹ ਹੈ ਕਿ ਗੌਰਮੈਂਟ ਸਭ ਤੋਂ ਵਧੇ ਹੋਏ ਮਾਮਲੇ ਨੂੰ ਦੇਣ ਤੋਂ ਮਗਰੋਂ ਸਿੰਘਾਂ ਦੇ ਪਾਸ ਖਾਣ ਜੋਗੇ ਦਾਣੇ ਵੀ ਨਹੀਂ ਬਚਦੇ। ਇਸ ਸਾਲ 1913 ਵਿੱਚ ਫੇਰ ਲਗਾਨ ਵਧਾ ਦਿੱਤਾ ਹੈ, ਪਰ ਕੋਈ ਵੀ ਸਿੰਘ ਕੰਨ ਨਹੀਂ ਹਿਲਾਉਂਦਾ। ਹੁਣ ਤਾਂ ਸਿੰਘਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸੂਬੇ ਗੁਜਰਾਤ ਦੀਆਂ ਔਰਤਾਂ ਵੀ ਮੈਦਾਨ ਵਿੱਚ ਨਿਕਲ ਪਈਆਂ ਹਨ। ਹੁਣ ਆਪਣੇ ਨਾਂ ਤੋਂ ਜਾਂ ਤਾਂ ਸਿੰਘਾਂ ਦੇ ਪਦ ਹਟਾ ਕੇ ਗੁਜਰਾਤੀ ਔਰਤਾਂ ਨੂੰ ਦੇ ਦਿਓ, ਨਹੀਂ ਸ਼ੇਰ ਬਣ ਕੇ ਮੈਦਾਨ ਵਿੱਚ ਆ ਜਾਓ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਖਿਤਾਬ ਦੀ ਇੱਜ਼ਤ ਕਰੋ। ਗੁਲਾਮ ਅਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣ ਦਾ ਸੱਦਾ ਇੱਕ ਤਰ੍ਹਾਂ ਨਾਲ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਦੀ ਲੋੜ ਵੱਲ ਇਸ਼ਾਰਾ ਸੀ। ਇਸ ਤੋਂ ਥੋੜ੍ਹੇ ਹੀ ਸਾਲਾਂ ਬਾਅਦ ਪੰਜਾਬ ਅੰਦਰ ਗੁਰਦੁਆਰਾ ਸੁਧਾਰ ਲਹਿਰ ਪੂਰੇ ਜਲਾਲ ਵਿੱਚ ਪ੍ਰਗਟ ਹੋ ਗਈ ਸੀ। ਖਾਲਸਾ ਕਾਲਜ ਅੰਮ੍ਰਿਤਸਰ ਦਾ ਮਸਲਾ। ਸਿੱਖ ਕੌਮ ਦੇ ਪਤਵੰਤਿਆਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਦੂਰ ਰਸ ਕੌਮੀ ਮਨੋਰਥਾਂ ਨੂੰ ਪ੍ਰਮੁੱਖ ਰੱਖ ਕੇ ਕੀਤੀ ਸੀ। ਉਹਨਾਂ ਨੇ ਪੱਛਮੀ ਵਿੱਦਿਆ ਦੇ ਸਿੱਖ ਮਨਾਂ ਉੱਤੇ ਪੈਣ ਵਾਲੇ ਦੁਸ਼ਪ੍ਰਭਾਵਾਂ ਨੂੰ ਠੀਕ ਬੁੱਝ ਲਿਆ ਸੀ। ਪਟਿਆਲਾ ਰਿਆਸਤ ਦੇ ਹੋਮ ਮਿਨਿਸਟਰ ਸਰ ਜੋਗਿੰਦਰ ਸਿੰਘ ਨੇ ਸਿੱਖਾਂ ਨੂੰ ਪੱਛਮੀ ਵਿੱਦਿਆ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਕਰਨ ਲਈ ਢੁਕਵੀਂ ਸਿੱਖਿਆ ਪ੍ਰਣਾਲੀ ਅਪਣਾਉਣ ਦੀ ਅਹਿਮੀਅਤ ਅਤੇ ਲੋੜ ਇੰਜ ਦਰਸਾਈ ਸੀ। ਪੱਛਮੀ ਵਿਚਾਰਾਂ ਨਾਲ ਵਾਹ ਵਾਸਤੇ ਨੇ ਉਚੇਰੀ ਵਿੱਦਿਆ ਦੇ ਪ੍ਰਤੱਖ ਨਤੀਜੇ ਕਰਕੇ ਧਰਮ ਨੂੰ ਭਾਰੀ ਸੱਟ ਮਾਰੀ ਹੈ ਅਤੇ ਵਿਸ਼ਵਾਸ ਦੀ ਬੁਨਿਆਦ ਪੋਲੀ ਕਰ ਦਿੱਤੀ ਹੈ। ਪੜ੍ਹੇ ਲਿਖੇ ਹਿੰਦੁਸਤਾਨੀ ਨੂੰ ਟਕਰਾਵੇਂ ਆਦਰਸ਼ਾਂ ਨਾਲ ਜੂਝਣਾ ਪੈਂਦਾ ਹੈ। ਉਸ ਦੀ ਜ਼ਿੰਦਗੀ ਅਤੇ ਮਾਂ ਜਿਹੜੇ ਵਿਸ਼ਵਾਸਾਂ ਉੱਤੇ ਖੜੀ ਹੁੰਦੀ ਹੈ ਉਸ ਨੂੰ ਉਹ ਅੰਧ ਵਿਸ਼ਵਾਸ ਸਮਝਣ ਲੱਗ ਪੈਂਦਾ ਹੈ। ਜਿਹੜੇ ਬੱਚਿਆਂ ਦੀ ਪਾਲਣਾ ਪੋਸ਼ਣਾ ਵਿਚਾਰਾਂ ਦੇ ਇਸ ਟਕਰਾਵੇਂ ਵਹਿਣਾਂ ਦੇ ਪ੍ਰਭਾਵ ਹੇਠ ਹੁੰਦੀ ਹੈ, ਉਹ ਅਕਸਰ ਜਵਾਨ ਹੁੰਦਿਆਂ ਧਾਰਮਿਕ ਵਿਸ਼ਵਾਸਾਂ ਤੋਂ ਵਿਰਵੇ ਹੋ ਜਾਂਦੇ ਹਨ। ਮੈਂ ਮੰਨਦਾ ਹਾਂ ਕਿ ਸਾਨੂੰ ਸਕੂਲਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਧਾਰਮਿਕ ਵਿੱਦਿਆ ਪ੍ਰਦਾਨ ਕਰਨੀ ਚਾਹੀਦੀ ਹੈ, ਪਰ ਇਹ ਪ੍ਰਮਾਣਿਤ ਹਕੀਕਤ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਹੀ ਬੱਚਾ ਅਸਲੀ ਵਿੱਦਿਆ ਗ੍ਰਹਿਣ ਕਰ ਚੁੱਕਾ ਹੁੰਦਾ ਹੈ। ਕੀ ਮਾਂ ਹੀ ਹੈ ਜਿਹੜੀ ਬਾਲ ਮਨ ਦੇ ਅੰਦਰ ਨੇਕ ਆਦਰਸ਼ਾਂ ਦੀ ਜਾਗ ਲਗਾ ਸਕਦੀ ਅਤੇ ਬਾਲ ਮਨ ਨੂੰ ਧਰਮ ਦੀ ਮਜ਼ਬੂਤੀ ਅਤੇ ਸ਼ਰਧਾ ਨਾਲ ਸਰਸ਼ਾਰ ਕਰ ਸਕਦੀ ਹੈ, ਜਿਹੜੀ ਫਿਰ ਹਮੇਸ਼ਾ ਕਾਇਮ ਰਹਿੰਦੀ ਹੈ। ਮੇਰੀ ਇਹ ਪੱਕੀ ਧਾਰਨਾ ਹੈ ਕਿ ਭਾਰਤ ਦੀਆਂ ਔਰਤਾਂ ਦੀ ਠੀਕ ਲੀਹਾਂ ਉੱਤੇ ਵਿੱਦਿਆ ਅੰਦਰ ਹੀ ਭਾਰਤੀਆਂ ਲਈ ਪ੍ਰਸੰਨ ਕੁਦਰਤੀ ਜੀਵਨ ਦੀ ਉਮੀਦ ਛੁਪੀ ਹੋਈ ਹੈ। ਭਾਰਤ ਦੀਆਂ ਔਰਤਾਂ ਦੀ ਵਿੱਦਿਆ ਦੀ ਸਕੀਮ ਪੂਰਬ ਦੇ ਸ਼ੁੱਧ ਅਤੇ ਸੁਤੰਤਰ ਰੂਪ ਵਿੱਚ ਆਦਰਸ਼ਾਂ ਦੇ ਅਨੁਕੂਲ ਘੜੀ ਜਾਣੀ ਚਾਹੀਦੀ ਹੈ। ਸੰਤ ਤੇਜਾ ਸਿੰਘ ਨੇ ਆਪਣਾ ਠੋਸ ਤਜਰਬਾ ਸਾਂਝਾ ਕਰਦਿਆਂ ਸਿੱਖ ਜਗਤ ਨੂੰ ਪੱਛਮੀ ਵਿੱਦਿਆ ਦੇ ਮਾਰੂ ਪ੍ਰਭਾਵਾਂ ਤੋਂ ਇਨ੍ਹਾਂ ਸ਼ਬਦਾਂ ਵਿੱਚ ਸੁਚੇਤ ਕੀਤਾ ਸੀ।
ਗੌਰਮੈਂਟ ਕਾਲਜ ਦੇ ਅਤੇ ਬਾਕੀ ਜੀਵਨ ਦੇ ਤਜਰਬੇ ਤੋਂ ਦਾਸ ਨੇ ਇਹ ਤੱਤ ਕੱਢਿਆ ਕਿ ਪੱਛਮੀ ਮਾਦਾ ਪ੍ਰਸਤ ਵਿਦਿਆ ਇਨਸਾਨ ਦੇ ਧਾਰਮਿਕ ਜੀਵਨ ਵਾਸਤੇ ਕੱਚਾ ਸੰਖੀਆਂ ਹੈ, ਪਰ ਜੇਕਰ ਇਸ ਨਾਲ ਸਤਸੰਗ ਅਤੇ ਆਤਮਿਕ ਵਿਚਾਰ ਰਲ ਜਾਵੇ ਤਾਂ ਸੰਖੀਆਂ ਮਰ ਜਾਂਦਾ ਹੈ। ਕੱਚਾ ਸੰਖੀਆਂ ਜੀਵਨ ਲਈ ਜ਼ਹਿਰ ਕਾਤਲ ਹੈ ਅਤੇ ਮਾਰਿਆ ਹੋਇਆ ਸੰਖੀਆਂ ਇਸ ਨੂੰ ਤਾਕਤ ਦਿੰਦਾ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਰਤਾਨਵੀ ਹਾਕਮਾਂ ਨੇ ਭਾਰਤ ਅੰਦਰ ਆਪਣੀ ਸਿੱਖਿਆ ਪ੍ਰਣਾਲੀ ਦੇ ਅਸਲੀ ਉਦੇਸ਼ਾਂ ਬਾਰੇ ਕਦੇ ਵੀ ਓਹਲਾ ਨਹੀਂ ਰਹਿਣ ਦਿੱਤਾ ਸੀ। ਸੰਨ 1823 ਵਿੱਚ ਬੰਬਈ ਦੇ ਪਹਿਲੇ ਗਵਰਨਰ ਐਲ ਫਿਨਸਟਨ ਨੇ ਬੇਬਾਕ ਚਿੰਤਨਸ਼ੀਲ ਲਹਿਜੇ ਵਿੱਚ ਕਿਹਾ ਸੀ ਕਿ ਜਿਹੜਾ ਖਤਰਾ ਸਾਨੂੰ ਹਿੰਦੁਸਤਾਨੀਆਂ ਦੇ ਨਾਜ਼ੁਕ ਮਜ਼ਹਬੀ ਖਿਆਲਾਂ ਕਰਕੇ, ਆਪਣੀ ਹਕੂਮਤ ਦੀ ਬੁਨਿਆਦ ਤਿਲਕਦੀ ਹੋਣ ਕਰਕੇ ਅਤੇ ਸਾਡੇ ਤੇ ਸਾਡੀ ਪਰਜਾ ਦੇ ਵਿਚਕਾਰ ਭਾਰੀ ਵਿੱਥ ਹੋਣ ਕਰਕੇ ਹੈ, ਉਸ ਦੇ ਦੂਰ ਕਰਨ ਦਾ ਵਸੀਲਾ ਸੋਚੀਏ ਅਤੇ ਉਸ ਪਰ ਅਮਲ ਕਰੀਏ। ਇਸ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਇਹਨਾਂ ਦੇ ਪੱਖਪਾਤ ਵਿਰੋਧ ਨੂੰ ਦੂਰ ਕਰੀਏ ਅਤੇ ਸਕੂਲ ਤਾਲੀਮ ਦੇ ਰਾਹੀਂ ਆਪਣੇ ਖਿਆਲ ਅਤੇ ਅਸੂਲ ਇਹਨਾਂ ਵਿੱਚ ਫੈਲਾਈਏ। ਇਸੇ ਹੀ ਤਰ੍ਹਾਂ ਸਰ ਚਾਰਲਸ ਟੈਰਵਿਲਨ ਨੇ 1853 ਵਿੱਚ ਹਾਊਸ ਆਫ ਲਾਰਡਜ਼ ਨੂੰ ਸੰਬੋਧਿਤ ਕਰਦਿਆਂ ਕੁਝ ਮੈਂਬਰਾਂ ਵੱਲੋਂ ਬਰਤਾਨਵੀ ਸਰਕਾਰ ਦੀ ਭਾਰਤ ਅੰਦਰ ਸਿੱਖਿਆ ਨੀਤੀ ਬਾਰੇ ਪ੍ਰਗਟਾਏ ਸ਼ੰਕਿਆਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਹਿੰਦੂ ਮਜ਼ਹਬ ਦੇ ਪੈਰੋਕਾਰਾਂ ਨਾਲ ਕੋਈ ਨਾਮੁਨਾਸਿਬ ਜਾਂ ਨਾਰਾਜ਼ਗੀ ਪੈਦਾ ਕਰਨ ਵਾਲੀ ਲੜਾਈ ਨਹੀਂ, ਸਗੋਂ ਹਿੰਦੂਆਂ ਨੂੰ ਬਿਲਕੁਲ ਇੱਕ ਨਵੀਂ ਕੁੰਜੀ ਦੇਣੀ ਚਾਹੁੰਦੇ ਹਾਂ ਜੋ ਉਹਨਾਂ ਵਾਸਤੇ ਇੱਕ ਵਧੀਆ ਗਿਆਨ ਦਾ ਦਰਵਾਜ਼ਾ ਖੋਲ੍ਹ ਦੇਵੇਗੀ। ਇਸ ਨਵੇਂ ਸਿਸਟਮ ਦੇ ਜਾਰੀ ਕਰਨ ਦਾ ਪਹਿਲਾ ਅਸਰ ਇਹ ਹੋਵੇਗਾ ਕਿ ਉਹਨਾਂ ਦੇ ਦਿਲਾਂ ਉੱਤੇ ਪੁਰਾਣੇ ਸਿਸਟਮ ਦਾ ਅਸਰ ਉੱਠ ਜਾਵੇਗਾ। ਇਹ ਇੱਕ ਭਾਰੀ ਸੱਚਾਈ ਹੈ ਕਿ ਬਣ ਰਹੀ ਨਸਲ ਤੋਂ ਕੁਝ ਸਾਲਾਂ ਬਾਅਦ ਪੂਰੀ ਕੌਮ ਤਿਆਰ ਹੋ ਜਾਂਦੀ ਹੈ ਅਤੇ ਜੇ ਅਸੀਂ ਲੋਕਾਂ ਦੇ ਮਿਜਾਜ ਦੀ ਭਾਰੀ ਤਬਦੀਲੀ ਲਿਆਉਣੀ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਬਚਪਨ ਤੋਂ ਹੀ ਆਪਣੇ ਕਾਬੂ ਰੱਖੀਏ ਅਤੇ ਉਹਨਾਂ ਨੂੰ ਉਸ ਕਿਸਮ ਦੀ ਸਿੱਖਿਆ ਦੇਈਏ ਜਿਸ ਤਰ੍ਹਾਂ ਦੀ ਸਾਨੂੰ ਪਸੰਦ ਹੋਵੇ। ਉਸ ਹਾਲਤ ਵਿੱਚ ਸਾਡਾ ਰੁਪਿਆ ਸਕਾਰਥਾ ਹੋਵੇਗਾ। ਸਾਨੂੰ ਕਿਸੇ ਪੱਖਪਾਤ ਦਾ ਟਾਕਰਾ ਨਹੀਂ ਕਰਨਾ ਪਵੇਗਾ। ਸਾਨੂੰ ਛੇਤੀ ਬਦਲੇ ਜਾਣ ਵਾਲੇ ਦਿਲਾਂ ਨਾਲ ਵਾਹ ਪਵੇਗਾ। ਇਸ ਤਰ੍ਹਾਂ ਕਾਬਲੀਅਤ ਵਾਲੇ ਨੌਜਵਾਨ ਦੀ ਅਸੀਂ ਇੱਕ ਜਮਾਤ ਪੈਦਾ ਕਰ ਲਵਾਂਗੇ ਜਿਹੜੀ ਜਮਾਤ ਬਿਨਾਂ ਮਦਦ ਤੋਂ ਜਾਂ ਬਹੁਤ ਥੋੜ੍ਹੀ ਮਦਦ ਨਾਲ ਖੁਦ ਸਾਡੇ ਸਿਸਟਮ ਦਾ ਜ਼ੋਰ ਨਾਲ ਪ੍ਰਚਾਰ ਕਰੇਗੀ। 19ਵੀਂ ਸਦੀ ਦੀ ਆਖਰੀ ਚੌਥਾਈ ਵਿੱਚ ਭਾਰਤ ਦੇ ਤਿੰਨੇ ਹੀ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਦੇ ਸ੍ਰੇਸ਼ਟ ਵਰਗਾਂ ਅੰਦਰ ਪੱਛਮੀ ਸਭਿਅਤਾ ਦੇ ਬੇਰੋਕ ਫੈਲਾਅ ਨਾਲ ਉਹਨਾਂ ਦੇ ਰਵਾਇਤੀ ਵਿਸ਼ਵਾਸਾਂ ਅਤੇ ਕਦਰਾਂ ਕੀਮਤਾਂ ਨੂੰ ਲੱਗ ਰਹੀ ਢਾਹ ਬਾਰੇ ਗਹਿਰੀ ਚਿੰਤਾ ਪੈਦਾ ਕਰਨੀ ਸ਼ੁਰੂ ਹੋ ਗਈ ਸੀ ਅਤੇ ਉਹਨਾਂ ਨੇ ਇਸ ਦੀ ਰੋਕਥਾਮ ਕਰਨ ਲਈ ਆਪੋ ਆਪਣੇ ਮੂਲ ਵਿਸ਼ਵਾਸਾਂ ਅਤੇ ਮਾਨਤਾਵਾਂ ਅਨੁਸਾਰ ਲੋੜੀਂਦੇ ਉਪਰਾਲੇ ਕਰਨੇ ਆਰੰਭ ਕਰ ਦਿੱਤੇ। ਇਸ ਵਿੱਚੋਂ ਵੱਖ-ਵੱਖ ਧਾਰਮਿਕ ਵਰਗਾਂ ਵੱਲੋਂ ਆਪੋ ਆਪਣੇ ਸਕੂਲਾਂ ਅਤੇ ਕਾਲਜ ਚਾਲੂ ਕਰਨ ਦਾ ਅਮਲ ਆਰੰਭ ਹੋਇਆ। 1892 ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਕਾਲਜ ਦੀ ਸਥਾਪਨਾ ਇਸੇ ਹੀ ਸੰਦਰਭ ਵਿੱਚ ਹੋਈ ਸੀ। ਅੰਗਰੇਜ਼ ਹਕੂਮਤ ਨੇ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਵੀ ਧਾਰਮਿਕ ਭਾਈਚਾਰੇ ਦੇ ਨਾ ਧਰਮ ਸਥਾਨ ਅਤੇ ਨਾ ਹੀ ਵਿੱਦਿਆ ਦੇ ਸਥਾਨ ਵਿੱਚ ਕੋਈ ਦਖਲਅੰਦਾਜ਼ੀ ਕੀਤੀ, ਪਰ ਉਹਨਾਂ ਨੇ ਸਿੱਖਾਂ ਦੇ ਧਰਮ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਵਿੱਦਿਆ ਸਥਾਨ ਖਾਲਸਾ ਕਾਲਜ ਅੰਮ੍ਰਿਤਸਰ ਉੱਤੇ ਆਪਣਾ ਅਸਰਦਾਰ ਕੰਟਰੋਲ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ। 1902 ਵਿੱਚ ਖਾਲਸਾ ਕਾਲਜ ਦਾ ਪ੍ਰਬੰਧ ਚਲਾਉਣ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਵਿੱਚ ਸਿੱਖ ਹਿਤੈਸ਼ੀਆਂ ਦਾ ਪਲੜਾ ਭਾਰੂ ਸੀ। ਭਾਵੇਂ ਕਮੇਟੀ ਉੱਤੇ ਅੰਗਰੇਜ਼ੀ ਸਰਕਾਰ ਦਾ ਕੰਟਰੋਲ ਰੱਖਣ ਵਾਸਤੇ ਲਾਹੌਰ ਡਿਵੀਜ਼ਨ ਦੇ ਬਰਤਾਨਵੀ ਕਮਿਸ਼ਨਰ ਨੂੰ ਕਮੇਟੀ ਦਾ ਪ੍ਰਧਾਨ ਥਾਪ ਦਿੱਤਾ ਗਿਆ ਸੀ, ਪਰ ਕਮੇਟੀ ਦੇ ਸਕੱਤਰ ਸੁੰਦਰ ਸਿੰਘ ਮਜੀਠੀਆ ਸਨ ਅਤੇ ਉਹ ਦੂਸਰੇ ਸਿੱਖ ਮੈਂਬਰਾਂ ਦੇ ਮਿਲਵਰਤਨ ਨਾਲ ਸਿੱਖ ਹਿੱਤਾਂ ਦੀ ਯੋਗ ਪੈਰਵਾਈ ਕਰਦੇ ਸਨ। ਪਰ 1907 ਵਿੱਚ ਜਦੋਂ ਪੰਜਾਬ ਅੰਦਰ ਸਰਕਾਰ ਵਿਰੋਧੀ ਰਾਜਸੀ ਵਾਤਾਵਰਨ ਪੈਦਾ ਹੋ ਗਿਆ
ਅਤੇ ਪੜ੍ਹੇ ਲਿਖੇ ਸਿੱਖ ਵਰਗਾਂ ਅੰਦਰ ਨਵੀਂ ਰਾਜਸੀ ਚੇਤਨਾ ਫੈਲਣ ਲੱਗੀ ਤਾਂ ਅੰਗਰੇਜ਼ ਸਰਕਾਰ ਨੇ ਖਾਲਸਾ ਕਾਲਜ ਦੇ ਪ੍ਰਬੰਧ ਨੂੰ ਆਪਣੇ ਕੰਟਰੋਲ ਹੇਠ ਲੈਣ ਦਾ ਨਿਰਣਾ ਕਰ ਲਿਆ ਸੀ। ਇੱਕ ਸਿੱਖ ਇੰਜੀਨੀਅਰ ਸਰਦਾਰ ਧਰਮ ਸਿੰਘ ਸੇਵਾ ਭਾਵਨਾ ਨਾਲ ਬਿਨਾਂ ਤਨਖਾਹ ਲਏ ਕਾਲਜ ਦੀਆਂ ਇਮਾਰਤਾਂ ਦੀ ਉਸਾਰੀ ਦੇ ਕੰਮ ਦੀ ਨਿਗਰਾਨੀ ਕਰਦਾ ਸੀ। ਸਰਕਾਰ ਨੇ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਸਿੱਖ ਇੰਜੀਨੀਅਰ ਨੂੰ ਹਟਾ ਕੇ ਇੱਕ ਗੋਰੇ ਇੰਜੀਨੀਅਰ ਨੂੰ ਭਾਰੀ ਤਨਖਾਹ ਦੇ ਕੇ ਇਸ ਕੰਮ ਲਈ ਨਿਯਤ ਕਰ ਦਿੱਤਾ। ਇਹ ਹੁਕਮ ਲੈਫਟੀਨੈਂਟ ਗਵਰਨਰ ਵੱਲੋਂ ਜਾਰੀ ਕੀਤਾ ਗਿਆ ਸੀ। ਸਰਕਾਰ ਦੀ ਇਸ ਕਾਰਵਾਈ ਨੇ ਖਾਸ ਕਰਕੇ ਇੱਕ ਗੋਰੇ ਅਫਸਰ ਮੇਜਰ ਹਿੱਲ ਦੀ ਸੇਵਾ ਭਾਵਨਾ ਨਾਲ ਕੀਤੇ ਜਾਣ ਵਾਲੇ ਕੰਮਾਂ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਨੇ ਸਿੱਖਾਂ ਅੰਦਰ ਡਾਢਾ ਰੋਸ ਪੈਦਾ ਕਰ ਦਿੱਤਾ। 75 ਦੇ ਲਗਭਗ ਸਿੱਖ ਸੰਸਥਾਵਾਂ ਨੇ ਗੋਰੇ ਅਫਸਰ ਦੀ ਇਸ ਟਿੱਪਣੀ ਦੇ ਖਿਲਾਫ ਰੋਸ ਜਤਾਉਂਦਿਆਂ ਮਤੇ ਪਾਏ। ਕਾਲਜ ਦੀਆਂ ਪ੍ਰਬੰਧਕੀ ਕਮੇਟੀ ਵਿੱਚ ਅੰਗਰੇਜ਼ਾਂ ਦੀ ਮੌਜੂਦਗੀ ਦਾ ਵਿਰੋਧ ਕਰਨ ਲਈ ਜ਼ੋਰਦਾਰ ਆਵਾਜ਼ਾਂ ਉੱਠਣ ਲੱਗੀਆਂ। ਇਸ ਨਾਲ ਕੇਂਦਰੀ ਖੁਫੀਆ ਡਾਇਰੈਕਟੋਰੇਟ ਨੂੰ, ਖਾਸ ਕਰਕੇ ਮਿਸਟਰ ਪੈਟਰੀ ਨੂੰ ਕਾਲਜ ਦੇ ਪ੍ਰਬੰਧਕਾਂ ਦੇ ਦਿਲੀ ਇਰਾਦਿਆਂ ਬਾਰੇ ਸ਼ੱਕ ਖੜਾ ਹੋ ਗਿਆ ਸੀ। 6 ਸਾਲਾਂ ਤੋਂ ਸਫਲਤਾ ਨਾਲ ਕੰਮ ਕਰਦੀ ਕਮੇਟੀ ਬਾਰੇ ਇਹ ਕਿਹਾ ਗਿਆ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਸੀ ਅਤੇ ਇਸ ਦੇ ਫੰਡ ਜਾਅਲੀ ਹਨ। ਅਜਿਹੇ ਬਹਾਨੇ ਘੜਕੇ 1908 ਵਿੱਚ ਸਰਕਾਰ ਨੇ ਅਮਲੀ ਰੂਪ ਵਿੱਚ ਖਾਲਸਾ ਕਾਲਜ ਦਾ ਪ੍ਰਬੰਧ ਕਮੇਟੀ ਪਾਸੋਂ ਖੋਹ ਕੇ ਕਮਿਸ਼ਨਰ ਅਤੇ ਉਸ ਦੇ ਨਾਮਜ਼ਦ ਗੁਰਬਖਸ਼ ਸਿੰਘ ਗਿਆਨੀ ਦੇ ਹਵਾਲੇ ਕਰ ਦਿੱਤਾ ਸੀ। ਉਸ ਸਮੇਂ ਭਾਰਤੀ ਫੌਜ ਦੇ ਕਮਾਂਡਰ ਇਨ ਚੀਫ O.M. ਕਰੈਂਗ ਨੇ ਸਿੱਖ ਮਸਲੇ ਬਾਰੇ ਵਾਇਸਰਾਏ ਚਾਰਲਸ ਹਾਰਡਿੰਗ ਨੂੰ ਯਾਦ ਪੱਤਰ ਦਿੱਤਾ, ਜਿਸ ਵਿੱਚ ਖਾਲਸਾ ਕਾਲਜ ਬਾਰੇ ਹੇਠ ਲਿਖੇ ਵਿਚਾਰ ਪ੍ਰਗਟ ਕੀਤੇ ਗਏ। ਸਰ ਜੇਮਜ਼ ਲਾਇਰ ਨੇ ਸਿੱਖ ਧਰਮ ਦੀ ਸਾਂਭ ਸੰਭਾਲ ਕਰਨ ਦੇ ਮੰਤਵ ਨਾਲ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਸੀ। ਸਰ ਚਾਰਲਸ ਰੀਵਜ਼ ਨੇ ਵੀ ਇਸੇ ਦਿਲੀ ਮਨੋਰਥ ਨਾਲ ਇਸ ਕਾਲਜ ਦਾ ਜ਼ੋਰਦਾਰ ਸਮਰਥਨ ਕੀਤਾ ਸੀ, ਪਰ ਬਦਕਿਸਮਤੀ ਨਾਲ ਚੀਫ ਖਾਲਸਾ ਦੀਵਾਨ, ਜਿਸ ਨੇ ਸਿੱਖਾਂ ਦੇ ਕੌਮੀਕਰਨ ਦੀ ਮੁਹਿੰਮ ਵਿੱਢ ਦਿੱਤੀ, ਦੇ ਅਸਰ ਹੇਠ ਛੇਤੀ ਹੀ ਕਾਲਜ ਦੀ ਸੁਰ ਵਿਗੜ ਗਈ। ਇਸ ਦੀਆਂ ਕੌਂਸਲਾਂ ਕਮੇਟੀਆਂ ਅੰਦਰ ਬੇਲੋੜਾ ਰਾਜਸੀ ਪੱਖਪਾਤ ਝੁਕਾਅ ਪੈਦਾ ਹੋ ਗਿਆ। ਅਖੀਰ ਵਿੱਚ ਪੰਜਾਬ ਸਰਕਾਰ ਨੇ ਦਖਲ ਦਿੱਤਾ ਅਤੇ 1908 ਵਿੱਚ ਨਵੀਂ ਪ੍ਰਬੰਧਕੀ ਕਮੇਟੀ ਨੂੰ ਮਾਨਤਾ ਦੇ ਦਿੱਤੀ, ਜਿਸ ਨਾਲ ਕਾਲਜ ਦੇ ਮਾਮਲੇ ਅੰਸ਼ਕ ਤੌਰ 'ਤੇ ਸਰਕਾਰੀ ਕੰਟਰੋਲ ਹੇਠ ਆ ਗਏ। ਪਰੰਤੂ ਇਸ ਕਾਰਵਾਈ ਦਾ ਸਿੱਟਾ ਕਾਮਯਾਬ ਨਾ ਹੋਇਆ। ਇਸ ਦੇ ਉਲਟ ਇਸ ਦੇ ਸਿੱਟੇ ਵਜੋਂ ਫਸਾਦੀ ਭਾਵਨਾਵਾਂ ਸਗੋਂ ਹੋਰ ਪ੍ਰਚੰਡ ਹੋ ਗਈਆਂ, ਜਿਸ ਨਾਲ ਇਕਸੁਰਤਾ ਅਤੇ ਸੰਮਤੀ ਸ਼ੁੱਧੀ ਉੱਨਤੀ ਅਸੰਭਵ ਹੋ ਗਈ। ਇਹ ਕਲਪਨਾ ਕਰਨੀ ਅਸੰਭਵ ਹੈ ਕਿ 2 ਜਾਂ 3 ਬਰਤਾਨਵੀ ਅਧਿਕਾਰੀਆਂ ਨੂੰ ਕਮੇਟੀ ਵਿੱਚ ਸ਼ਾਮਲ ਕਰ ਲੈਣ ਨਾਲ, ਜਿਸ ਵਿੱਚ ਵਿਰੋਧੀ ਪੱਖ ਦੇ ਘਾਗ ਸਿਆਸਤਦਾਨ, ਚਲਾਕ ਵਕੀਲਾਂ ਅਤੇ ਬੈਰਿਸਟਰਾਂ ਸਮੇਤ ਸ਼ਾਮਿਲ ਹਨ, ਉਹ ਨਿਸ਼ਾਨੇ ਹਾਸਿਲ ਕਰ ਲਏ ਜਾਣਗੇ ਜਿਨ੍ਹਾਂ ਦੇ ਵਾਸਤੇ ਕਾਲਜ ਸਥਾਪਿਤ ਕੀਤਾ ਗਿਆ ਸੀ। ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਕਾਲਜ ਨੂੰ ਠੀਕ ਲੀਹਾਂ ਉੱਤੇ ਚਲਾਇਆ ਜਾਵੇ, ਮੁੱਖ ਤੌਰ 'ਤੇ ਅਸਲੀ ਸਿੱਖ ਲੀਡਰਾਂ ਯਾਨੀ ਕਿ ਸਿੱਖ ਰਿਆਸਤਾਂ ਦੇ ਮੁਖੀਆਂ ਦੀ ਅਗਵਾਈ ਹੇਠ ਚਲਾਇਆ ਜਾਵੇ। ਮੇਰਾ ਵਿਸ਼ਵਾਸ ਹੈ ਕਿ ਸਿੱਖਾਂ ਦੇ ਪ੍ਰਭਾਵਸ਼ਾਲੀ ਧੜੇ ਨੇ ਹੀ ਇਹ ਸੁਝਾਅ ਦਿੱਤਾ ਸੀ, ਪਰ ਬਗਾਵਤ ਕਰਨ 'ਤੇ ਉਤਾਰੂ ਵਿਅਕਤੀਆਂ ਦਾ ਮੰਨਣਾ ਹੈ ਕਿ ਇਹ ਕੰਮ B.A. ਅਤੇ M.A. ਵਾਲੇ ਹੀ ਕਰ ਸਕਦੇ ਹਨ। ਇਹਨਾਂ ਲੋਕਾਂ ਦੇ ਦਿਮਾਗ ਸਿਆਸੀ ਵਿਚਾਰਾਂ ਨਾਲ ਤੁੰਨੇ ਪਏ ਹਨ ਅਤੇ ਭਾਰਤ ਦੇ ਜ਼ਿਆਦਾਤਰ ਪੜ੍ਹੇ ਲਿਖੇ ਵਰਗ ਵਾਂਗੂ ਇਹਨਾਂ ਉੱਤੇ ਵੀ ਤਾਜ਼ਾ ਤਰੀਨ ਬਰਤਾਨੀਆ ਵਿਰੋਧੀ ਭਾਵਨਾਵਾਂ ਦਾ ਰੰਗ ਚੜ੍ਹ ਗਿਆ ਹੈ। ਉਹਨਾਂ ਦੀ ਦਵੈਖ ਅਤੇ ਸਾਜ਼ਿਸ਼ਾਂ ਦੀ ਬਦੌਲਤ ਕਾਲਜ ਦੀ ਭਰੋਸੇਯੋਗ ਪ੍ਰਬੰਧਕੀ ਸੰਸਥਾ ਕਾਇਮ ਕਰਨ ਦੇ ਸਾਰੇ ਯਤਨ ਨਾਕਾਮਯਾਬ ਹੋ ਗਏ ਹਨ। ਹੁਣ ਸਮਾਂ ਹੈ ਜਦੋਂ ਸਰਕਾਰ ਅਸਰਦਾਰ ਕਾਰਵਾਈ ਕਰ ਸਕਦੀ ਹੈ, ਇਤਰਾਜ਼ਯੋਗ ਸਿਆਸਤਦਾਨਾਂ ਦੇ ਭਾਰੂ ਪ੍ਰਭਾਵਾਂ ਤੋਂ ਨਿਜਾਤ ਪਾ ਸਕਦੀ ਹੈ ਅਤੇ ਇਸ ਗੱਲ ਉੱਤੇ ਅੜ ਸਕਦੀ ਹੈ ਕਿ ਕਮੇਟੀ ਦੀ ਪ੍ਰਧਾਨਗੀ ਸਰਕਾਰ ਦੇ ਵਫਾਦਾਰ ਰਿਆਸਤੀ ਮੁਖੀਆਂ ਦੇ ਹਵਾਲੇ ਕੀਤੀ ਜਾਵੇ। ਇਹਨਾਂ ਰਿਆਸਤੀ ਮੁਖੀਆਂ ਨੂੰ ਹੀ ਵਿੱਦਿਆ ਮਹਿਕਮਾ ਠੀਕ ਦਿਸ਼ਾ ਵਿੱਚ ਸੇਧ ਦੇ ਸਕਦਾ ਹੈ। ਇਸ ਢੰਗ ਨਾਲ ਅਤੇ ਕੇਵਲ ਇਸ ਢੰਗ ਨਾਲ ਹੀ ਸਰਕਾਰੀ ਵਿੱਦਿਆ ਦੀ ਵਫਾਦਾਰੀ ਅਤੇ ਪਰੰਪਰਾ ਕਾਇਮ ਰੱਖੀ ਜਾ ਸਕਦੀ ਹੈ। ਚੀਫ ਖਾਲਸਾ ਦੀਵਾਨ ਅਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਅਜਿਹੇ ਮਜ਼ਮੂਨ ਹਨ ਜਿਨ੍ਹਾਂ ਵੱਲੋਂ ਸਰਕਾਰ ਨੂੰ ਫੌਰੀ ਧਿਆਨ ਦੇਣਾ ਬਣਦਾ ਹੈ।
ਖਾਲਸਾ ਕਾਲਜ ਦੇ ਵਿਗੜੇ ਮਾਹੌਲ ਲਈ ਚੀਫ ਖਾਲਸਾ ਦੀਵਾਨ ਨੂੰ ਮੁੱਖ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਅਤੇ ਇਹੀ ਸ਼ਾਇਦ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਨੀਤੀ ਨਿਰਧਾਰਿਤ ਕਰਦਾ ਹੈ। ਸਿੱਖ ਐਜੂਕੇਸ਼ਨਲ ਕਾਨਫਰੰਸ ਮੁੱਢਲੀ ਵਿੱਦਿਆ ਨੂੰ ਧਰਮਦਾਨ ਦਾ ਕਾਰਜ ਬਣਾਉਣ, ਅਰਥਾਤ ਇਸ ਨੂੰ ਪੂਰੀ ਤਰ੍ਹਾਂ ਮੁਫਤ ਕਰ ਦੇਣ ਅਤੇ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਦਾ ਮਨੋਰਥ ਰੱਖਦੀ ਹੈ। ਕਮੇਟੀ ਨੇ ਇਸ ਮੰਤਵ ਲਈ ਪਹਿਲਾਂ ਹੀ ਭਾਰੀ ਰਕਮ ਇਕੱਠੀ ਕਰ ਲਈ ਹੋਈ ਸੀ ਅਤੇ ਚੰਦੇ ਲਗਾਤਾਰ ਆਈ ਜਾ ਰਹੇ ਹਨ। ਇਹ ਬੇਹੱਦ ਮਹੱਤਵਪੂਰਨ ਹੈ ਕਿ ਸਿੱਖਿਆ ਮਹਿਕਮਾ ਇਸ ਅੰਦੋਲਨ ਉੱਤੇ ਕਾਬੂ ਪਾਏ ਅਤੇ ਬਾਗੀਨੁਮਾ ਅਨਸਰਾਂ ਨੂੰ ਪਰੇ ਰੱਖੇ। ਭਾਰਤੀ ਫੌਜ ਅੰਦਰ 33,000 ਦੇ ਕਰੀਬ ਸਿੱਖ ਹਨ। ਅਮਲੀ ਤੌਰ 'ਤੇ ਇਹਨਾਂ 'ਚੋਂ ਸਾਰੇ ਹੀ ਅਨਪੜ੍ਹ ਛੋਕਰੇ ਹਨ ਅਤੇ ਉਹ ਜਿਹੜੀ ਵੀ ਸਿੱਖਿਆ ਹਾਸਲ ਕਰ ਰਹੇ ਹਨ ਉਹ ਭਾਰਤੀ ਰੈਜੀਮੈਂਟ ਦੇ ਨਿਰੋਗ ਵਾਤਾਵਰਨ ਅਤੇ ਚੌਗਿਰਦੇ ਵਿੱਚ ਹਾਸਲ ਕਰ ਰਹੇ ਹਨ। ਨਤੀਜਾ ਇਹ ਹੈ ਕਿ ਸਾਡੇ ਸਿੱਖ ਸਿਪਾਹੀ ਇੱਕ ਵਰਗ ਦੇ ਤੌਰ 'ਤੇ ਰਾਜ ਦੇ ਵਫ਼ਾਦਾਰ ਅਤੇ ਭਰੋਸੇਮੰਦ ਹਨ। ਰਾਸ਼ਟਰਵਾਦੀ ਬਿਰਤਾਂਤ ਅੰਦਰ ਚੀਫ ਖਾਲਸਾ ਦੀਵਾਨ ਨੂੰ ਪੱਖਪਾਤੀ ਢੰਗ ਨਾਲ ਸਿੱਖਾਂ ਦੀ ਪਿੱਠੂ ਸੰਸਥਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਪਰੰਤੂ ਭਾਰਤੀ ਫੌਜ ਦੇ ਕਮਾਂਡਰ ਇਨ ਚੀਫ ਦੇ ਉਪਰੋਕਤ ਵਿਚਾਰਾਂ ਤੋਂ ਪਤਾ ਚੱਲਦਾ ਹੈ ਕਿ ਅੰਗਰੇਜ਼ ਸਰਕਾਰ ਚੀਫ ਖਾਲਸਾ ਦੀਵਾਨ ਦੀਆਂ ਵਿਦਿਅਕ ਸਰਗਰਮੀਆਂ ਨੂੰ ਕਿੰਨੀ ਸ਼ੱਕ ਅਤੇ ਚਿੰਤਾ ਦੀ ਨਜ਼ਰ ਨਾਲ ਦੇਖ ਰਹੀ ਸੀ ਅਤੇ ਇਸ ਦੀ ਤੁਲਨਾ ਵਿੱਚ ਸਿੱਖ ਰਿਆਸਤਾਂ ਦੇ ਮੁਖੀਆਂ ਦੀ ਸਰਕਾਰ ਭਗਤੀ ਉੱਤੇ ਪੂਰਨ ਭਰੋਸਾ ਪ੍ਰਗਟਾ ਰਹੀ ਸੀ। ਭਾਈ ਕਰਤਾਰ ਸਿੰਘ ਸਰਾਭਾ ਨੇ ਪੰਜਾਬੀ ਗਦਰ ਦੇ ਪਹਿਲੇ ਹੀ ਅੰਕ ਵਿੱਚ ਮਹਾਰਾਜਾ ਪਟਿਆਲਾ ਵੱਲੋਂ ਇੱਕ ਖਾਲਸਾ ਸਕੂਲ ਨੂੰ 10,000 ਰੁਪਏ ਦਾ ਦਾਨ ਦੇਣ ਉੱਤੇ ਪੜਚੋਲਵੀਂ ਟਿੱਪਣੀ ਛਾਪੀ ਸੀ, ਜਿਸ ਤੋਂ ਗਦਰੀ ਆਗੂਆਂ ਦੀ ਤੀਖਣ ਰਾਜਸੀ ਅੰਤਰਦ੍ਰਿਸ਼ਟੀ ਅਤੇ ਵਿੱਦਿਆ ਬਾਰੇ ਦਰੁਸਤ ਕੌਮੀ ਨਜ਼ਰੀਏ ਦੀ ਪੁਸ਼ਟੀ ਹੁੰਦੀ ਹੈ। ਟਿੱਪਣੀ ਵਿੱਚ ਮਹਾਰਾਜਾ ਪਟਿਆਲੇ ਦੇ ਦਾਨ ਨੂੰ ਇਸ ਤਰੀਕੇ ਨਾਲ ਗਲਤ ਠਹਿਰਾਇਆ ਗਿਆ ਸੀ। ਮਹਾਰਾਜਾ ਪਟਿਆਲੇ ਨੇ ਹੁਣ ਇੱਕ ਖਾਲਸਾ ਸਕੂਲ ਨੂੰ 10,000 ਰੁਪਏ ਦਾ ਦਾਨ ਦਿੱਤਾ ਹੈ। ਮਹਾਰਾਜੇ ਦਾ ਦਿਲ ਤਾਂ ਨੇਕ ਸੀ ਪਰ ਅਕਲ ਕਮ ਰਹੀ। ਖਾਲਸਾ ਸਕੂਲ ਸਰਕਾਰੀ ਯੂਨੀਵਰਸਿਟੀ ਦੇ ਹੇਠ ਹੈ। ਸਰਕਾਰੀ ਇਮਤਿਹਾਨ ਦਿੱਤੇ ਜਾਂਦੇ ਹਨ। ਸਰਕਾਰੀ ਕਿਤਾਬਾਂ ਉੱਥੇ ਪੜ੍ਹਾਈਆਂ ਜਾਂਦੀਆਂ ਹਨ। ਹੋਰ ਸਰਕਾਰੀ ਹੁਕਮ 'ਤੇ ਚੱਲਣਾ ਪੈਂਦਾ ਹੈ। ਇੱਕ ਨਾਉਂ ਖਾਲਸਾ ਸਕੂਲ ਹੈ। ਇਹਨਾਂ ਸਰਕਾਰੀ ਸਕੂਲਾਂ ਤੋਂ ਸਾਡੇ ਮੁਲਕ ਨੂੰ ਕੁਝ ਫਾਇਦਾ ਨਹੀਂ ਹੈ। ਜੇ ਰੁਪਇਆ ਦਿੱਤਾ ਜਾਵੇ ਤਾਂ ਕੌਮੀ ਸਕੂਲਾਂ ਨੂੰ ਦੇਣਾ ਚਾਹੀਦਾ ਹੈ, ਜਿਹੜੇ ਆਜ਼ਾਦੀ ਦੀ ਸਿੱਖਿਆ ਦੇਣ ਅਤੇ ਸਾਡੇ ਭਾਈਆਂ ਦੇ ਹੱਥਾਂ ਵਿੱਚ ਹੋਵਣ ਅਤੇ ਜਿਨ੍ਹਾਂ ਵਿੱਚ ਗੌਰਮੈਂਟ ਦਾ ਦਖਲ ਨਾ ਹੋਵੇ। ਆਪਣੇ ਪੈਸੇ ਨਾਲ ਅੰਗਰੇਜ਼ਾਂ ਦੇ ਕੰਮ ਬਣਾਉਣੇ ਕੋਈ ਅਕਲਮੰਦੀ ਨਹੀਂ। ਮਹਾਰਾਜੇ ਨੂੰ ਦੂਜਿਆਂ ਲਈ ਸਕੂਲ ਖੁਲਵਾ ਕੇ ਅੱਛੀ ਵਿੱਦਿਆ ਦੇਣੀ ਚਾਹੀਦੀ ਹੈ। ਇਸ ਤੋਂ ਅਗਲੇ ਅੰਕ ਵਿੱਚ ਫਿਰ ਖਾਲਸਾ ਕਾਲਜ ਬਾਰੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਅਡਵਾਇਰ ਦੇ ਇੱਕ ਬਿਆਨ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਵਿੱਦਿਆ ਸਥਾਨ ਉੱਤੇ ਅੰਗਰੇਜ਼ਾਂ ਦੇ ਗਲਬੇ ਦੀ ਹਕੀਕਤ ਦਰਸਾਈ ਹੈ। ਅੰਗਰੇਜ਼ਾਂ ਦੀ ਗੁਲਾਮੀ ਕਬੂਲ ਕਰਨ ਵਾਲੇ ਸਿੱਖ ਪਤਵੰਤਿਆਂ ਦੀ ਲਾਹ-ਪਾ ਕੀਤੀ ਗਈ ਹੈ। ਗਦਰੀ ਪ੍ਰੋਪੇਗੰਡੇ ਵਿੱਚ ਭਾਰਤ ਦੇ ਗਵਰਨਰ ਜਨਰਲ ਵਾਇਸਰਾਏ ਨੂੰ ਨਫ਼ਰਤ ਨਾਲ ਵੱਡਾ ਡਾਕੂ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਇਸੇ ਤਰੀਕੇ ਨਾਲ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਛੋਟਾ ਡਾਕੂ ਕਿਹਾ ਗਿਆ ਅਤੇ ਉਸ ਵੱਲੋਂ ਕੀਤੀ ਬਕਵਾਸ ਦਾ ਇਸ ਤਰ੍ਹਾਂ ਜਵਾਬ ਦਿੱਤਾ ਗਿਆ। ਥੋੜ੍ਹਾ ਚਿਰ ਹੋਇਆ ਪੰਜਾਬ ਦੇ ਛੋਟੇ ਡਾਕੂ ਯਾਨੀ ਛੋਟੇ ਲਾਟ ਨੇ ਅੰਮ੍ਰਿਤਸਰ ਜੀ ਵਿੱਚ ਸਿੱਖਾਂ ਦੀ ਕਮੇਟੀ ਅੱਗੇ ਬਕਵਾਸ ਕੀਤਾ, ਜਿਸ ਵਿੱਚ 11 ਮਾਸ਼ੇ ਬਦਮਾਸ਼ੀ ਅਤੇ 1 ਮਾਸ਼ੇ ਬਦਜਾਤੀ ਭਰੀ ਹੋਈ ਸੀ। ਖਾਲਸਾ ਦੀਵਾਨ ਵੱਲੋਂ ਡਾਕੂ ਦੀ ਆਓ ਭਗਤ ਕੀਤੀ ਗਈ। ਸਿੱਖਾਂ ਦੇ ਆਗੂਆਂ ਨੇ ਅੱਗੇ ਵਧ ਕੇ ਧੰਨਵਾਦ ਕੀਤਾ। ਵਿਚਾਰ ਕਰੋ, ਸਿੰਘਾਂ ਵੱਲੋਂ ਅੰਗਰੇਜ਼ ਜ਼ਾਲਮ ਹਾਕਮ ਦੀ ਕਿਉਂ ਆਓ ਭਗਤ ਕੀਤੀ ਗਈ? ਸਾਰੇ ਹਿੰਦੁਸਤਾਨੀ ਆਦਮੀਆਂ ਦਾ ਧਰਮ ਹੈ ਕਿ ਅਜਿਹੇ ਜ਼ਾਲਮਾਂ ਨੂੰ ਮਾਰ-ਮਾਰ ਕੇ ਕੱਢ ਦਿੱਤਾ ਜਾਵੇ, ਨਾ ਕਿ ਆਓ ਭਗਤ ਕੀਤਾ ਜਾਵੇ। ਜੋ ਆਪਣਾ ਪੇਟ ਭਰਨ ਵਾਲੇ ਅਤੇ ਡਰਾਕਲ ਆਗੂਆਂ ਇਸ ਤਰ੍ਹਾਂ ਕਰਦੇ ਹਨ, ਉਹਨਾਂ ਦੇ ਪਿੱਛੇ ਨਹੀਂ ਚੱਲਣਾ ਚਾਹੀਦਾ। ਜਿਹੜੇ ਸਭਾ, ਅੰਜੁਮਨ, ਦੀਵਾਨ ਜਾਂ ਸਮਾਜ ਅੰਗਰੇਜ਼ਾਂ ਦੀ ਇੱਜ਼ਤ ਕਰਨ ਦਾ ਪਾਪ ਕਰਦੇ ਹਨ, ਕੌਮ ਵੱਲੋਂ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਅਸਲ ਵਿੱਚ ਹੋਰ ਆਗੂ ਤਾਂ ਅੰਗਰੇਜ਼ਾਂ ਨੂੰ ਬੁਰਾ ਸਮਝਦੇ ਹਨ, ਪਰ ਥੋੜ੍ਹੇ ਆਗੂ ਖਿਤਾਬ ਅਤੇ ਅਸਾਮੀਆਂ ਦੇ ਲਾਲਚ ਵਿੱਚ ਹਾਕਮਾਂ ਦੀ ਖੁਸ਼ਾਮਦ ਕਰਨ ਦਾ ਰਾਗ ਤੋਰ ਰਹੇ ਹਨ। ਹੋਰ ਛੋਟੇ ਡਾਕੂ ਨੇ ਬਕਵਾਸ ਕੀਤਾ ਕਿ ਖਾਲਸਾ ਕਾਲਜ ਹੈ ਅਤੇ ਇਸ ਨੂੰ ਅੱਛੀ ਤਰ੍ਹਾਂ ਚਲਾਉਣਾ ਚਾਹੀਦਾ ਹੈ, ਪਰ ਅਸੀਂ ਨਹੀਂ ਜਾਣਦੇ ਕਿ ਖਾਲਸਾ ਕਾਲਜ ਕਿਸ ਤਰ੍ਹਾਂ ਸਿੱਖਾਂ ਦਾ ਕਾਲਜ ਹੈ। ਇਹ ਕਾਲਜ ਸਰਕਾਰੀ ਯੂਨੀਵਰਸਿਟੀ ਦੇ ਮੁਤਾਲਕ
है। सरकारी यूनीवर्सिटी दीयां डिग्रियां दी खातर विद्यार्थी ਤਿਆਰ ਕੀਤੇ ਜਾਂਦੇ ਹਨ। ਕਾਲਜ ਦੀਆਂ ਪਸੰਦ ਕੀਤੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਹਨ। ਬਸ ਹੁਣ ਇਸ ਨੂੰ ਕਿਸੇ ਤਰ੍ਹਾਂ ਸਿੱਖਾਂ ਦਾ ਕਾਲਜ ਨਹੀਂ ਕਹਿ ਸਕਦੇ। ਫਿਰ ਕਾਲਜ ਦਾ ਪ੍ਰਿੰਸੀਪਲ ਅੰਗਰੇਜ਼ ਹੈ। ਅਸੀਂ ਪੁੱਛਦੇ ਹਾਂ ਕਿ ਇੰਤਜ਼ਾਮੀ ਕਮੇਟੀ ਕਿਸੇ ਲਾਇਕ ਸਿੱਖ ਨੂੰ ਪ੍ਰਿੰਸੀਪਲ ਕਿਉਂ ਨਹੀਂ ਬਣਾਉਂਦੀ? ਅੰਗਰੇਜ਼ ਦਾ ਬੱਚਾ ਕਿਉਂ ਪ੍ਰਿੰਸੀਪਲ ਹੈ? ਅਫਸੋਸ ਹੈ ਕਿ ਸਿੱਖਾਂ ਦੇ ਬੜੇ ਵਿਦਵਾਨ ਅਤੇ ਧਰਮਾਤਮਾ ਭਾਈ ਜੋਧ ਸਿੰਘ ਵਰਗੇ ਖਾਲਸਾ ਕਾਲਜ ਵਿੱਚ ਅੰਗਰੇਜ਼ ਪ੍ਰਿੰਸੀਪਲ ਦੇ ਹੇਠ ਬੇਇੱਜ਼ਤੀ ਨਾਲ ਰਹਿੰਦੇ ਹਨ। ਇਸ ਤਰ੍ਹਾਂ ਸਿੱਖ ਜਵਾਨ ਅੰਗਰੇਜ਼ਾਂ ਦੇ ਨੌਕਰ ਬਣ ਜਾਂਦੇ ਹਨ। ਖਾਲਸਾ ਕਾਲਜ ਸਿੱਖਾਂ ਦਾ ਆਪਣਾ ਕਾਲਜ ਨਹੀਂ ਹੈ। ਗੌਰਮੈਂਟ ਨੇ ਇਸ ਲਈ ਬਣਾਇਆ ਹੈ ਕਿ ਪੜ੍ਹੇ ਹੋਏ ਸਿੱਖਾਂ ਨੂੰ ਆਪਣੇ ਹੱਥ ਵਿੱਚ ਰੱਖਣ ਅਤੇ ਉਹਨਾਂ ਦੇ ਦਿਲ ਅਤੇ ਦਿਮਾਗ ਨੂੰ ਗੁਲਾਮੀ ਦੇ ਰੰਗ ਵਿੱਚ ਰੰਗਿਆ ਜਾਵੇ। ਸਿੱਖਾਂ ਨੂੰ ਚਾਹੀਦਾ ਹੈ ਕਿ ਇਸ ਕਾਲਜ ਨੂੰ ਛੇਤੀ ਗੌਰਮੈਂਟ ਦੇ ਜਾਲ ਵਿੱਚੋਂ ਕੱਢ ਲੈਣ। ਉਪਰੋਕਤ ਲੇਖਾਂ ਅਤੇ ਟਿੱਪਣੀਆਂ ਤੋਂ ਇਲਾਵਾ ਗਦਰੀ ਸਿੱਖਾਂ ਨੇ ਅੰਗਰੇਜ਼ ਹਕੂਮਤ ਦੀ ਸਿੱਖਾਂ ਦੇ ਧਾਰਮਿਕ ਅਤੇ ਵਿੱਦਿਅਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਵਿਰੁੱਧ ਆਪਣੇ ਦਿਲੀ ਵਲਵਲੇ ਕਵਿਤਾ ਦੇ ਰੂਪ ਵਿੱਚ ਇਸ ਕਦਰ ਪ੍ਰਗਟਾਏ। ਖਾਲਸਾ ਕਾਲਜ ਤਾਈਂ ਸਮੇਟਣ ਨੂੰ ਹੱਥ ਢੰਗ ਦੇ ਨਾਲ ਇਹਨਾਂ ਪਾਇਆ ਸੀ। ਦੇਣ ਸਿੱਖਿਆ ਉਲਟੀ ਇਹ ਬੱਚਿਆਂ ਨੂੰ ਇਹਨਾਂ ਨਵਾਂ ਹੀ ਢੰਗ ਅਪਣਾਇਆ ਸੀ। ਬਾਬਾ ਵਿਸਾਖਾ ਸਿੰਘ। ਅਸੀਂ ਨਾਮ ਦੇ ਸਿੰਘ ਸਦਾਵੰਦੇ ਹਾਂ, ਭੈੜੀ ਗਿੱਦੜਾਂ ਤੋਂ ਸਾਡੀ ਚਾਲ ਸਿੰਘੋ। ਸਿੰਘ ਨਾਮ ਧਰੀਕ ਦੀ ਲਾਜ ਰੱਖੋ, ਭਾਰਤ ਵਰਸ਼ ਤੇ ਖੇਡੋ ਗੁਲਾਲ ਸਿੰਘੋ। ਕਾਲਜ ਖਾਲਸਾ ਜਿਹੜਾ ਤਿਆਰ ਕੀਤਾ, ਗੋਰੇ ਬਾਂਦਰਾਂ ਲਿਆ ਸੰਭਾਲ ਸਿੰਘੋ। ਸੁੰਦਰ ਸਿੰਘ ਮਜੀਠੀਏ ਨਾਸ ਕੀਤਾ, ਭੈੜੀ ਚੱਲਿਆ ਚਾਲ ਚੰਡਾਲ ਸਿੰਘੋ। ਭਾਈ ਬਲਵੰਤ ਸਿੰਘ ਜੀ ਖੁਰਦਪੁਰ ਨੇ 5 ਅਕਤੂਬਰ 1913 ਨੂੰ ਲਾਇਲਪੁਰ ਵਿਖੇ ਖਾਲਸਾ ਧਰਮਸ਼ਾਲਾ ਵਿੱਚ ਸਿੱਖਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅੰਗਰੇਜ਼ ਹਾਕਮਾਂ ਦੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਆਪਣੇ ਕੰਟਰੋਲ ਹੇਠ ਲੈਣ ਦੇ ਕੋਝੇ ਯਤਨਾਂ ਦੀ ਕਰੜੇ ਲਫ਼ਜ਼ਾਂ ਵਿੱਚ ਨਿੰਦਿਆ ਕੀਤੀ ਸੀ ਅਤੇ ਸਿੱਖ ਕੌਮ ਨੂੰ ਇਸ ਧੱਕੇਸ਼ਾਹੀ ਵਿਰੁੱਧ ਡਟ ਜਾਣ ਦਾ ਸੱਦਾ ਦਿੱਤਾ ਸੀ। ਉਹਨਾਂ ਨੇ ਵਿੱਦਿਆ ਦੇ ਖੇਤਰ ਵਿੱਚ ਦੂਜੀਆਂ ਕੌਮਾਂ ਦੇ ਮੁਕਾਬਲੇ ਸਿੱਖ ਕੌਮ ਦੇ ਬੁਰੀ ਤਰ੍ਹਾਂ ਪਛੜ ਜਾਣ ਉੱਤੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਬਹੁਤ ਹੀ ਦੁੱਖ ਭਰੇ ਲਫ਼ਜ਼ਾਂ ਵਿੱਚ ਕਿਹਾ ਸੀ ਕਿ ਜੇ ਖਾਲਸਾ ਜੀ ਅੱਜ ਇਸੇ ਘੜੀ ਤੋਂ ਇੱਕ ਆਜ਼ਾਦ ਕਾਲਜ ਬਣਾਉਣਾ ਸ਼ੁਰੂ ਕਰ ਦੇਣ ਤਾਂ ਵੀ ਭਾਰਤ ਵਰਸ਼ ਦੀਆਂ ਦੂਸਰੀਆਂ ਕੌਮਾਂ ਨਾਲੋਂ 50 ਸਾਲ ਪਿੱਛੇ ਹੋਣਗੇ। ਇਸ ਤੋਂ ਵੀ 7 ਸਾਲਾਂ ਬਾਅਦ ਜਦੋਂ ਭਾਈ ਬਲਵੰਤ ਸਿੰਘ ਜੀ ਨੂੰ ਸ਼ਹੀਦ ਹੋਏ 5 ਸਾਲ ਗੁਜ਼ਰ ਗਏ ਸਨ, ਲਾਹੌਰ ਤੋਂ ਛਪਦੇ ਅਕਾਲੀ ਅਖਬਾਰ ਨੇ ਆਪਣੇ ਸੰਪਾਦਕੀ ਲੇਖ ਵਿੱਚ ਭਾਈ ਸਾਹਿਬ ਦੇ ਉਪਰੋਕਤ ਬਚਨਾਂ ਦੀ ਗੂੜ੍ਹ ਮਹੱਤਤਾ ਉਜਾਗਰ ਕਰਦਿਆਂ ਇਹ ਭਾਵਪੂਰਤ ਸ਼ਬਦ ਲਿਖੇ ਸਨ। ਉਸ ਸ਼ਹੀਦ ਵੀਰ ਦੇ ਇਹ ਸ਼ਬਦ ਸੋਨੇ ਵਿੱਚ ਲਿਖੇ ਜਾਣ ਵਾਲੇ ਹਨ। ਅਕਾਲੀ ਅਖਬਾਰ ਨੇ ਸਮਕਾਲੀ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦ੍ਰਿੜ ਲਹਿਜੇ ਵਿੱਚ ਕਿਹਾ ਸੀ ਕਿ ਸਾਡੇ ਵਾਸਤੇ ਕਾਲਜ ਦਾ ਸਵਾਲ ਇੱਕ ਮੌਤ ਅਤੇ ਜ਼ਿੰਦਗੀ ਦਾ ਸਵਾਲ ਹੈ। ਉਹ ਜਗ੍ਹਾ ਜਿੱਥੋਂ ਕੌਮ ਦੇ ਨੌਜਵਾਨ ਆਪਣੇ ਕੌਮੀ ਵਲਵਲਿਆਂ ਅਤੇ ਕੌਮੀ ਤਹਿਜੀਬ ਨੂੰ ਬਾਹਰ ਦੁਨੀਆ ਤੱਕ ਲੈ ਜਾਣਗੇ, ਉਹ ਵੀ ਬੜੀ ਉੱਚੀ ਅਤੇ ਪਵਿੱਤਰ ਥਾਂ ਹੈ। ਹੁਣ ਕਾਲਜ ਨੂੰ ਸੱਚੇ ਅਰਥਾਂ ਵਿੱਚ ਖਾਲਸਾ ਕਾਲਜ ਬਣਾਏ ਬਿਨਾਂ ਪੰਥ ਨੂੰ ਕੱਖ ਨਹੀਂ ਭਾਵਣਾ। ਪੰਥ ਦੀ ਥੋੜ੍ਹੀ ਜਿਹੀ ਹਿੰਮਤ ਕਾਲਜ ਨੂੰ ਆਜ਼ਾਦ ਕਰ ਦੇਵੇਗੀ ਅਤੇ ਗਫਲਤ ਅੱਗੇ ਨਾਲੋਂ ਵੀ ਵਧੇਰੇ ਭੈੜੀ ਹਾਲਤ ਬਣਾ ਦੇਵੇਗੀ। ਇਸੇ ਹੀ ਅਖਬਾਰ ਦੇ ਇੱਕ ਹੋਰ ਸੰਪਾਦਕੀ ਲੇਖ ਵਿੱਚ ਸਿੱਖ ਕੌਮ ਦੀਆਂ ਖਾਲਸਾ ਕਾਲਜ ਨਾਲ ਜੁੜੀਆਂ ਉਮੀਦਾਂ ਅਤੇ ਉਮੰਗਾਂ ਦਾ ਜ਼ਿਕਰ ਇੰਜ ਕੀਤਾ ਗਿਆ। ਕੌਮ ਦੇ ਮੋਹਰਿਆਂ ਨਾਲ ਜੋੜੇ ਹੋਏ ਅਤੇ ਲਹੂ ਦੀ ਕਮਾਈ ਨਾਲ ਇਕੱਠੇ ਕੀਤੇ ਹੋਏ ਰੁਪਏ ਨਾਲ ਪਿਆਰਾ ਕਾਲਜ ਬਣਿਆ ਸੀ। ਕੌਮ ਨੇ ਆਪਣੀ ਧਾਰਮਿਕ ਅਤੇ ਵਿੱਦਿਅਕ ਉੱਨਤੀ ਦੀਆਂ ਆਸਾਂ ਇਸੇ ਪਾਸੋਂ ਰੱਖੀਆਂ ਸਨ। ਕੌਮ ਉਡੀਕ ਰਹੀ ਸੀ ਕਿ ਇਸ ਪਿਆਰੇ ਕਾਲਜ ਵਿੱਚੋਂ ਭਾਈ ਮਣੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਵਰਗੇ ਧਰਮੀ ਵੀਰ ਪੈਦਾ ਹੋ ਕੇ ਕੌਮ ਨੂੰ ਸੰਸਾਰ ਵਿੱਚ ਰੌਸ਼ਨ ਕਰਨਗੇ। ਪਰ ਸ਼ੋਕ ਇਸ ਕਾਲਜ ਨੂੰ ਸਿੱਖਾਂ ਦੀਆਂ ਇਹਨਾਂ ਖਾਹਿਸ਼ਾਂ ਨੂੰ ਤਬਾਹ ਕਰਨ ਲਈ ਕੇਵਲ ਨਿਮਕ ਹਲਾਲ ਲੜਕ ਲੋਕ ਪੈਦਾ ਕਰਨ ਲਈ ਵਰਤਿਆ ਗਿਆ। ਇਸ ਤੋਂ ਵੀ ਸਿੱਖ ਕੌਮ ਦੇ ਤਤਕਾਲੀ ਸਰੋਕਾਰਾਂ ਦੀ ਸਪਸ਼ਟ ਝਲਕ ਮਿਲਦੀ ਹੈ ਕਿ ਉਹ ਆਪਣੀਆਂ ਵਿੱਦਿਅਕ ਸੰਸਥਾਵਾਂ ਤੋਂ ਵੀ ਤਵੱਕੋ ਰੱਖਦੇ ਸਨ ਕਿ ਇਹਨਾਂ ਦੀ ਸੁਤੰਤਰਤਾ ਬਾਰੇ ਕਿੰਨੇ ਚਤੰਨ ਸਨ। ਪਰੰਤੂ ਥੋੜ੍ਹੇ ਹੀ ਸਾਲਾਂ ਬਾਅਦ ਜਦੋਂ ਸਿੱਖ ਕੌਮ ਦੀ ਰਾਜਸੀ ਲੀਡਰਸ਼ਿਪ ਨੇ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਦੀ ਅਧੀਨਗੀ ਕਬੂਲ ਕਰ ਲਈ ਅਤੇ ਸਿੱਖ ਸੰਘਰਸ਼ ਨੂੰ ਰਾਸ਼ਟਰਵਾਦੀ ਲਹਿਰ ਦਾ ਗੌਣ ਅੰਗ ਬਣਾ ਦਿੱਤਾ, ਤਾਂ ਸਿੱਖਾਂ ਦੇ ਸਰੋਕਾਰ ਅਤੇ
ਤਰਜੀਹਾਂ ਬਦਲ ਗਈਆਂ ਅਤੇ ਉਹਨਾਂ ਦਾ ਆਪਣੀਆਂ ਵਿਦਿਅਕ ਸੰਸਥਾਵਾਂ ਬਾਰੇ ਨਜ਼ਰੀਆ ਵੀ ਬਦਲ ਗਿਆ। ਇਸ ਨੂੰ ਭਾਰਤੀ ਰਾਸ਼ਟਰਵਾਦ ਦਾ ਗ੍ਰਹਿਣ ਲੱਗ ਗਿਆ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 151 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।